ਰੁੱਤ ਛੇਵੀਂ ਚੱਲੇ, ਇਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਤ ਖਸ਼ਟਮ ਰੁੱਤ ਕਥਨੰਗ ਦੋਹਰਾ। ਸ਼੍ਰੀ ਗੁਰ ਚਰਨ ਸਰੋਜ ਕੋ ਸਮ ਜਹਾਜ ਕੇ ਪਾਏ। ਬਿਗਨ ਉਦਤ ਤੇ ਪਾਰ ਪਾ, ਧਿਆਵਤ ਸਹਿਜ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਤਿਆਗ ਸਰੂਪ, ਬੈਰਾਗ ਸਰੂਪ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਭ ਥਾਵਾਂ ਤੇ ਸਹਾਈ ਹੋਣ ਵਾਲੇ। ਜਿੱਥੇ ਯਾਦ ਕਰੀਏ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਉਹਦੇ ਘਰ ਵਿੱਚ ਨੌ ਨਿਧੀਆਂ ਆਪੇ ਦੌੜ ਦੌੜ ਕੇ ਆਉਂਦੀ ਹੈ। ਖਾਲਸਾ ਜੀ, ਘਰ ਨੌ ਨਿਧ ਆਵੈ ਧਾਏ। ਧੱਕੇ ਮਾਰ ਕੇ ਨੌ ਨਿਧੀਆਂ ਆਉਂਦੀਆਂ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਧਿਆਨ ਧਾਰਨ ਕਰਨ ਨਾਲ ਆਪਣੇ ਮੁਖ ਤੋਂ ਉਚਾਰਨ ਕਰੀਏ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ। ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕੇਵਲ ਹਿੰਦੁਸਤਾਨ ਦੀ ਨਹੀਂ, ਪੂਰੇ ਮਨੁੱਖਤਾ ਦੀ ਪੈਜ ਰੱਖੀ। ਪ੍ਰਗਟ ਭਏ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਸਾਰੀ ਸ੍ਰਿਸ਼ਟੀ ਉੱਤੇ ਮਹਾਰਾਜ ਜੀ ਨੇ ਆਪਣਾ ਸਰੀਰ ਰੂਪੀ ਕੱਪੜਾ ਪਾ ਕੇ ਸਭ ਦਾ ਪਰਦਾ ਢਕਿਆ। ਇਹ ਚਾਦਰ ਹਨ ਗੁਰੂ ਤੇਗ ਬਹਾਦਰ ਪਾਤਸ਼ਾਹ। ਜਿਵੇਂ ਕੋਈ ਚਾਦਰ ਬਹੁਤ ਔਖੀ ਘਾਟੀ ਨਾਲ ਬਣਦੀ। ਖਾਲਸਾ ਜੀ, ਦੇਖੋ ਕਿਵੇਂ ਧਾਗਾ ਤਿਆਰ ਹੁੰਦਾ ਹੈ। ਧਾਗਾ ਤਿਆਰ ਹੋ ਕੇ ਫਿਰ ਚਾਦਰ ਬਣਦੀ ਹੈ। ਉਹ ਚਾਦਰ ਸਰੀਰ ਉੱਤੇ ਲਈਏ ਤੇ ਪਰਦਾ ਢਕਿਆ ਜਾਂਦਾ ਹੈ। ਜਦੋਂ ਬੱਚਾ ਕੋਈ ਜੰਮਦਾ ਹੈ ਨਾ, ਤੇ ਜੰਮਣ ਵੇਲੇ ਸਭ ਤੋਂ ਪਹਿਲਾਂ ਕੀ ਮੰਗਦੇ? ਕੋਈ ਕੱਪੜਾ ਲੈ ਕੇ ਆਓ, ਕੋਈ ਚਾਦਰ ਲੈ ਕੇ ਆਓ, ਬੱਚੇ ਨੂੰ ਲਪੇਟੀਏ। ਅਖੀਰ ਤੇ ਵੀ ਕੋਈ ਪੁਰਾਣੀ ਚੜ੍ਹਾਈ ਕਰਦਾ ਹੈ, ਉਹਦੇ ਸਰੀਰ ਉੱਤੇ ਚਾਦਰਾਂ ਹੀ ਪਾਉਂਦੇ ਆ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜਨਮ ਤੋਂ ਲੈ ਕੇ ਅਖੀਰ ਤੱਕ ਸਾਰੀ ਦੁਨੀਆ ਦਾ ਪਰਦਾ ਢੱਕਣ ਵਾਲੇ ਆ ਪਾਤਸ਼ਾਹ। ਜਦੋਂ ਵੀ ਯਾਦ ਕਰੀਏ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ, ਸਾਡੇ ਇਸ ਜਨਮ ਵਿੱਚ ਵੀ ਪਰਦੇ ਢੱਕਦੇ ਹਨ। ਤੇ ਅਖੀਰ ਵੇਲੇ ਜਦੋਂ ਜਾਵਾਂਗੇ ਇੱਥੋਂ, ਉਦੋਂ ਵੀ ਪਾਤਸ਼ਾਹ ਨੂੰ ਯਾਦ ਕਰਦੇ ਜਾਈਏ। ਉਦੋਂ ਵੀ ਮਹਾਰਾਜ ਅਗਾਂਹ ਵੀ ਪਰਦੇ ਢੱਕਣਗੇ। ਖਾਲਸਾ ਜੀਓ, ਐਸੇ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੇ ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਸੀਸ ਦੇ ਦਿੱਤਾ ਪਰ ਸੀ ਨੇ ਉਚਾਰਨ ਕੀਤੀ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਆਪਣਾ ਪ੍ਰਾਣ ਨਹੀਂ ਛੱਡਿਆ ਮਹਾਰਾਜ ਜੀ ਨੇ। ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨਾ ਛੋਡੀਐ। ਜਿਨ੍ਹਾਂ ਦੀ ਇੱਕ ਵਾਰੀ ਬਾਂਹ ਫੜ ਲਈ ਮਹਾਰਾਜ ਜੀ ਨੇ, ਉਹਨਾਂ ਦੀ ਬਾਂਹ ਨਹੀਂ ਛੱਡੀ। ਪਾਤਸ਼ਾਹ ਨੇ ਆਪਣਾ ਆਪ
ਸ਼ਹੀਦ ਕਰਵਾ ਲਿਆ। ਐਸੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਅਸੀਂ ਅਸਥਾਨ ਤੇ ਬੈਠੇ ਹਾਂ। ਸਤਿਗੁਰ ਪਾਤਸ਼ਾਹ ਦੀ ਸਾਧ ਸੰਗਤ ਕਰਨ ਲਈ, ਹਰ ਜਸ ਕਥਾ ਸਰਵਣ ਕਰਨ ਲਈ। ਖਾਲਸਾ ਜੀਓ, ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀਆਂ ਵਿਚਾਰਾਂ ਆਪ ਜੀ ਪਿਛਲੇ ਕਈ ਸਾਲਾਂ ਤੋਂ ਸਰਵਣ ਕਰ ਰਹੇ ਹੋ। ਇਹਦਾ ਨਾਮ ਹੀ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਹੈ ਕਿ ਸੂਰਜ ਦੇ ਨਾਂ ਉੱਤੇ ਕਵੀ ਜੀ ਨੇ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਦਰਸਾਇਆ ਹੈ। ਜਿਵੇਂ ਸੂਰਜ ਏਕੋ ਰੁੱਤ ਅਨੇਕ, ਇੱਕ ਸੂਰਜ ਤੇ 6 ਰੁੱਤਾਂ, 12 ਰਾਸਾਂ, ਤੇ ਕਵੀ ਸੰਤੋਖ ਸਿੰਘ ਜੀ ਨੇ ਵੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੱਕ ਗੁਰੂ ਪਾਤਸ਼ਾਹ ਦਾ ਇਤਿਹਾਸ 12 ਰਾਸਾਂ ਵਿੱਚ ਲਿਖਿਆ ਹੈ। ਉਪਰੰਤ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਰੁੱਤਾਂ ਵਿੱਚ ਲਿਖਿਆ, ਉਹ 6 ਰੁੱਤਾਂ ਵਿੱਚ ਹੈ। 2 ਐਨ ਹੈ। ਰਾਸ ਹੁੰਦੀ ਹੈ ਜਦੋਂ ਕੋਈ ਸੰਗਰਾਂਦ ਦਾ ਦਿਹਾੜਾ ਹੁੰਦਾ ਹੈ, ਸੂਰਜ ਇੱਕ ਰਾਸ਼ੀ ਨੂੰ ਛੱਡ ਕੇ ਦੂਜੀ ਵਿੱਚ ਪ੍ਰਵੇਸ਼ ਕਰਦਾ ਹੈ ਤੇ ਉਦੋਂ ਕਹਿੰਦੇ ਹਨ ਭਾਈ ਰਾਸ ਬਦਲ ਗਈ ਹੈ। ਭਾਵ ਸੂਰਜ ਦਾ ਰਥ ਦੂਜੇ ਥਾਂ ਤੇ ਜਾ ਕੇ ਪ੍ਰਵੇਸ਼ ਕਰਦਾ ਹੈ। ਸੂਰਜ ਇੱਕ ਰਥ ਨੂੰ ਛੱਡ ਕੇ ਦੂਜੇ 'ਚ ਪ੍ਰਵੇਸ਼ ਕਰੇ, ਉਹਨੂੰ ਕਹਿੰਦੇ ਰੁੱਤ ਬਦਲ ਗਈ, ਰਾਸ ਬਦਲ ਗਈ। ਇਸੇ ਤਰ੍ਹਾਂ 6 ਰੁੱਤਾਂ ਕਿ ਜਦੋਂ ਮੌਸਮ ਵਿੱਚ ਤਬਦੀਲੀ ਆਉਂਦੀ ਹੈ ਉਦੋਂ ਰੁੱਤਾਂ ਵਿੱਚ ਬਦਲਾਵ ਹੁੰਦਾ ਹੈ। ਤੇ ਗੁਰੂ ਪਾਤਸ਼ਾਹ ਦਾ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੇ ਇਸ ਅਨੁਸਾਰ ਲਿਖਿਆ ਹੈ। 5ਵੀਂ ਰੁੱਤ ਸਮਾਪਤ ਹੋਈ, ਜਿਸ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਭਾਈ ਦਇਆ ਸਿੰਘ ਜੀ ਨੇ ਖਾਲਸੇ ਦੇ ਸ਼ੰਕੇ ਦੂਰ ਕੀਤੇ, ਆਤਮ ਗਿਆਨ ਬਖਸ਼ਿਸ਼ ਕੀਤਾ, ਗੁਰਮਤਿ ਦੀਆਂ ਸਿੱਖਿਆਵਾਂ ਦਿੱਤੀਆਂ। ਉਪਰੰਤ ਕਵੀ ਹੰਸ ਰਾਮ ਜਿਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਕੀਤੀ। ਐਸੇ 52 ਕਵੀ ਪਾਤਸ਼ਾਹ ਕੋਲ ਆ ਕੇ ਗੁਰੂ ਮਹਾਰਾਜ ਦੀ ਵਡਿਆਈ ਕਰਦੇ ਹਨ ਤੇ ਬਹੁਤ ਖੁਸ਼ੀਆਂ ਪ੍ਰਾਪਤ ਕਰਦੇ। ਕਵੀਆਂ ਦੀ ਕਦਰ ਪਾਉਣ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਹਰ ਇੱਕ ਕਵੀ ਦੀਆਂ ਮੁਸੀਬਤਾਂ ਨੂੰ ਸੁਣਿਆ, ਉਹਨਾਂ ਨੂੰ ਨਿਹਾਲ ਕੀਤਾ ਤੇ ਉਹਨਾਂ ਨੂੰ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਅਮੀਰ ਬਣਾ ਦਿੱਤਾ। ਐਸੇ ਧਨਵਾਨ ਬਣ ਗਏ ਕਿ ਇੱਥੇ ਵੀ ਖੁਸ਼ੀਆਂ ਮਿਲ ਗਈਆਂ ਤੇ ਅਗਾਂਹ ਵੀ ਆਨੰਦ ਮਿਲਿਆ ਉਹਨਾਂ ਕਵੀਆਂ ਨੂੰ। ਇਹ 5ਵੀਂ ਰੁੱਤ ਤੱਕ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਹੈ। ਆਓ ਅੱਜ 6ਵੀਂ ਰੁੱਤ ਆਰੰਭ ਹੋ ਰਹੀ ਹੈ। ਕਵੀ ਸੰਤੋਖ ਸਿੰਘ ਜੀ ਕਿਵੇਂ ਅਕਾਲ ਪੁਰਖ ਪ੍ਰਮਾਤਮਾ ਦਾ ਧਿਆਨ ਧਾਰਨ ਕਰਕੇ 10 ਗੁਰੂ ਸਾਹਿਬਾਨ ਦੇ ਮੰਗਲ ਕਰਨਗੇ। ਉਪਰੰਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਇਤਿਹਾਸ ਫਿਰ ਆਰੰਭ ਕਰ ਰਹੇ ਹਨ। ਆਓ ਇਸ ਕਥਾ ਨੂੰ ਸਰਵਣ ਕਰਨ ਲਈ ਸਾਰੇ ਗੁਰੂ ਕੇ ਪਿਆਰੇ ਆਪਣੇ ਸੁਰਤੇ ਬਿਰਤੇ ਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰੁੱਤ 6ਵੀਂ ਚੱਲੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। 6ਵੀਂ ਰੁੱਤ ਦੀ ਆਰੰਭਤਾ ਹੋਈ ਹੈ। ਸਭ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਅਕਾਲ ਪੁਰਖ ਪ੍ਰਮਾਤਮਾ ਜੋ ਇੱਕ ਹੈ, ਅਦੁੱਤੀ ਹੈ, ਜਿਹਦੇ ਵਰਗਾ ਹੋਰ ਕੋਈ ਵੀ ਨਹੀਂ, ਸਜਾਤੀ ਵਿਜਾਤੀ ਸਬਗਤ ਭੇਤੋ ਨਿਆਰਾ ਹੈ, ਇੱਕ ਵਾਹਿਗੁਰੂ ਓੰਕਾਰ ਸਰੂਪ ਜਿਹੜਾ ਸਾਰੀ ਥਾਵਾਂ ਤੇ ਵਿਆਪਕ ਹੈ। ਜਿੱਥੇ ਵੀ ਦੇਖੋ ਓੰਕਾਰ ਫੈਲਿਆ ਹੋਇਆ ਹੈ। ਪਰਮਾਤਮਾ ਸਰੂਪ ਓੰਕਾਰ ਹੈ। ਇੱਕ ਨਿਰਗੁਣ ਤੇ ਓੰਕਾਰ ਸਰਗੁਣ ਸਰੂਪ। ਐਸਾ ਇੱਕ ਵਾਹਿਗੁਰੂ
ਸਤਿਗੁਰ ਪ੍ਰਸਾਦ ਸਤ ਚਿਤ ਆਨੰਦ ਸਰੂਪ ਹੈ ਖਾਲਸਾ ਜੀਓ। ਤੇ ਐਸੇ ਸਰੂਪ ਦੀ ਪ੍ਰਾਪਤੀ ਸੱਚੇ ਗੁਰੂ ਦੀ ਕਿਰਪਾ ਸਦਕਾ ਹੁੰਦੀ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਜੋ ਸ਼੍ਰੋਮਣੀ ਹਨ, ਮਾਇਆ ਦੇ ਪਤੀ ਹਨ ਵਾਹਿਗੁਰੂ, ਉਹ ਵਾਹਿਗੁਰੂ ਸਰੂਪ ਦੀ ਹਰ ਥਾਂ ਤੇ ਫਤਿਹ ਹੈ। ਕਿਉਂਕਿ ਖਾਲਸਾ ਜੀਓ ਤਾਂ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਐਸਾ ਖਾਲਸਾ ਸਾਜਿਆ ਜਿਹਦੀ ਜ਼ੁਬਾਨ ਤੇ ਫਤਿਹ, ਉਹਦੀ ਮੈਦਾਨ ਵਿੱਚ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਫਤਿਹ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਬਖਸ਼ਿਸ਼ ਕੀਤੀ ਹੈ ਕਿ ਵਾਹਿਗੁਰੂ ਪ੍ਰਮਾਤਮਾ ਜੀ ਤੁਹਾਡਾ ਹੀ ਖਾਲਸਾ ਹੈ ਤੇ ਤੁਹਾਡੇ ਕਰਕੇ ਫਤਿਹ ਪ੍ਰਾਪਤ ਹੋਣੀ ਹੈ। ਅਥ ਕਸ਼ਟਮ ਰੁੱਤ ਕਥਨੰਗ। ਹੁਣ 6ਵੀਂ ਰੁੱਤ ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਹਨ। ਦੋਹਰਾ ਸ਼੍ਰੀ ਗੁਰ ਚਰਨ ਸਰੋਜ ਕੋ ਸਮਝਾਜ ਕੇ ਪਾਏ। ਧੰਨ ਗੁਰੂ ਨਾਨਕ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨ੍ਹਾਂ ਦੇ ਚਰਨ ਸਰੋਜ ਸਰ ਓਜ ਸਰੋਜ ਸਰ ਕਹਿੰਦੇ ਸਰੋਵਰ ਪਾਣੀ ਜੋ ਪੈਦਾ ਹੋਣ ਵਾਲਾ, ਕਿ ਗੁਰੂ ਪਾਤਸ਼ਾਹ ਦੇ ਚਰਨ ਕਮਲ ਵਾਂਗ ਹਨ। ਜਿਹੜਾ ਕਮਲ ਚਿੱਕੜ ਵਿੱਚ ਪਾਣੀ ਵਿੱਚ ਪੈਦਾ ਹੁੰਦਾ ਹੈ, ਐਸੇ ਚਰਨ ਕਮਲ ਮਹਾਰਾਜ ਦੇ ਜਿਨ੍ਹਾਂ ਦਾ ਆਸਰਾ ਪ੍ਰਾਪਤ ਕਰਕੇ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸਿਉ ਜੋੜੀਐ। ਗੁਰੂ ਪਾਤਸ਼ਾਹ ਦਾ ਨਾਮ ਵਾਹਿਗੁਰੂ ਨਾਮ ਇਹ ਮਹਾਰਾਜ ਦੇ ਚਰਨ ਹਨ ਖਾਲਸਾ ਜੀਓ, ਤੇ ਇਹਨਾਂ ਦਾ ਆਸਰਾ ਪ੍ਰਾਪਤ ਕਰਕੇ ਬਿਗਨ ਉਦੋਤ ਤੇ ਪਾਰ ਪਾ ਧਿਆਵਤ ਸਹਿਜ ਸੁਭਾਏ। ਮਹਾਰਾਜ ਜੀ ਤੁਹਾਡੇ ਚਰਨ ਜਹਾਜ਼ ਹਨ, ਤੇ ਮਹਾਰਾਜ ਜਿਹੜੇ ਜਹਾਜ਼ ਵਿੱਚ ਤੁਸੀਂ ਆਪ ਟਿਕੇ ਹੋਏ ਹੋ, ਤੁਹਾਡਾ ਆਸਰਾ ਹੈ ਮਹਾਰਾਜ, ਤੁਹਾਡਾ ਪ੍ਰੇਮ ਰਸ ਹੈ ਪਾਤਸ਼ਾਹ ਜੀ, ਤੁਹਾਡਾ ਹੌਸਲਾ ਸਾਨੂੰ ਮਿਲਦਾ ਹੈ। ਪਾਤਸ਼ਾਹ ਇਸ ਸੰਸਾਰ ਰੂਪੀ ਸਮੁੰਦਰ ਵਿੱਚ ਬੜੀਆਂ ਲਹਿਰਾਂ ਆਉਂਦੀਆਂ ਮਹਾਰਾਜ, ਬਹੁਤ ਵਿਘਨ ਪੈਂਦੇ ਸਤਿਗੁਰੂ ਜੀ, ਪਰ ਤੁਹਾਡਾ ਨਾਮ ਜਪ ਕੇ ਵਾਹਿਗੁਰੂ ਜਪ ਕੇ ਮਹਾਰਾਜ ਸੰਸਾਰ ਸਾਗਰ ਤੋਂ ਪਾਰ ਹੋ ਜਾਈਦਾ ਹੈ। ਜਿਤਨੇ ਵਿਘਨ ਆਉਂਦੇ ਹਨ ਮਹਾਰਾਜ ਜਦੋਂ ਵਾਹਿਗੁਰੂ ਜਪੀਏ ਤੇ ਸਾਰੇ ਵਿਘਨ ਦੂਰ ਹੋ ਜਾਂਦੇ ਹਨ। ਤੁਸੀਂ ਕਿਰਪਾ ਕਰੋ ਪਾਤਸ਼ਾਹ ਜੀ, ਆਪਣਾ ਨਾਮ ਰੂਪੀ ਜਹਾਜ਼ ਦੇ ਕੇ ਸੰਸਾਰ ਰੂਪੀ ਵਿਘਨਾਂ ਨੂੰ ਪਾਤਸ਼ਾਹ ਦੂਰ ਕਰਕੇ ਸਾਨੂੰ ਸਮੁੰਦਰ ਦੇ ਪਰਲੇ ਕੰਢੇ ਲਗਾ ਦਿਓ ਜੀ। ਇਸ਼ਟ ਗੁਰੂ ਦਸੋਂ ਗੁਰੂ ਸਾਹਿਬਾਨ ਦਾ ਮੰਗਲ। 10 ਗੁਰੂ ਸਾਹਿਬਾਨ ਜੋ ਇਸ਼ਟ ਗੁਰੂ ਹਨ, ਧੰਨ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਕਵੀ ਜੀ ਇਹਨਾਂ ਦਾ ਮੰਗਲਾਚਰਨ ਕਰਦੇ ਖਾਲਸਾ ਜੀਓ। ਮੰਗਲਾਚਰਨ ਕਰਨ ਨਾਲ ਗ੍ਰੰਥ ਦੀ ਸਮਾਪਤੀ ਨਿਰਵਿਘਨ ਹੁੰਦੀ ਹੈ ਖਾਲਸਾ ਜੀਓ। ਮੰਗਲ ਵੀ 3 ਤਰ੍ਹਾਂ ਦੇ ਹੁੰਦੇ ਹਨ, ਕਿ ਆਪਣੇ ਇਸ਼ਟ ਗੁਰੂ ਦਾ ਮੰਗਲ ਕਰਨਾ। ਪਸੂ ਨਿਰੇਸ਼ ਮੰਗਲ ਐਸਾ ਖਾਲਸਾ ਜੀ ਮੰਗਲ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਜਿਸ ਵਿੱਚ ਤਤ ਵਸਤੂ ਦਾ ਖਾਲਸਾ ਜੀ ਨਿਰਣਾ ਹੋ ਜਾਵੇ। ਤੇ ਇੱਥੇ ਕਵੀ ਜੀ ਆਪਣੇ ਇਸ਼ਟ ਗੁਰੂ ਦਾ ਮੰਗਲ ਕਰਦੇ ਹਨ। ਸ਼੍ਰੀ ਨਾਨਕ ਅੰਗਦ ਗੁਰੂ ਤ੍ਰਿਤੀ ਚਤੁਰਥੋ ਰੂਪ। ਧੰਨ ਗੁਰੂ ਨਾਨਕ ਮਹਾਰਾਜ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਧੰਨ ਗੁਰੂ ਅੰਗਦ ਦੇ ਮਹਾਰਾਜ ਤੀਜੇ ਸਰੂਪ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੇ। ਧੰਨ ਗੁਰੂ ਅਮਰਦਾਸ ਮਹਾਰਾਜ। ਚਤੁਰਥ ਚੌਥੇ ਗੁਰੂ ਮਹਾਰਾਜ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਐਸੇ ਮਹਾਰਾਜ ਜੀ। ਪੰਚਮ
ਖਸ਼ਟਮ ਸਪਤਮੋ ਅਸ਼ਟਮ ਨਵਮ ਅਨੂਪ। ਪੰਜਵੇਂ ਬਾਦਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਸ਼ਟਮ ਸਰੂਪ ਮੇਰੀ ਪੀਰੀ ਦੇ ਮਾਲਕ, ਧੰਨ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ, ਐਸੇ ਅਸ਼ਟਮ ਸਰੂਪ ਬਾਲਾ ਪ੍ਰੀਤਮ ਜੀ ਆਪ ਜੀ ਨੂੰ ਵੰਦਨਾ ਕਰਦੇ ਹਾਂ। ਨਵਮੇ ਅਨੂਪ ਨੌਵੇਂ ਸਰੂਪ ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਇਹ ਤਾਂ ਸਭ ਦੀ ਜ਼ੁਬਾਨ ਤੇ ਹੈ। ਪਾਤਸ਼ਾਹ ਮਹਾਰਾਜ ਸਭ ਦੇ ਹਿਰਦੇ ਵਿੱਚ ਵਸਣ, ਐਸੇ ਨਵਮ ਸਰੂਪ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ। ਗੁਰੂ ਗੋਬਿੰਦ ਸਿੰਘ ਦਸਮ ਪ੍ਰਭ ਜਗ ਤਾਰਨ ਅਵਤਾਰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਦਸਵਾਂ ਜਾਮਾ ਧਾਰ ਕੇ ਆਏ, ਸਾਰੀ ਦੁਨੀਆ ਦਾ ਬੇੜਾ ਪਾਰ ਕੀਤਾ। ਐਸੇ 10 ਪਾਤਸ਼ਾਹੀਆਂ ਨੇ। ਕਥਾ ਆਪਨੀ ਆਪਈ ਰਚੀ ਸਹਿਤ ਬਿਸਤਾਰ। ਰੱਬ ਜੀ ਅਸੀਂ ਤਾਂ ਕੁਝ ਵੀ ਕਰਨ ਵਾਲੇ ਨਹੀਂ, ਤੁਸੀਂ ਆਪਣੀ ਕਥਾ ਮਹਾਰਾਜ ਆਪ ਹੀ ਲਿਖਵਾ ਰਹੇ ਹੋ। ਆਪ ਹੀ ਹਿਰਦੇ ਵਿੱਚੋਂ ਮਹਾਰਾਜ ਉਸ ਕਥਾ ਦੇ ਮਹਾਰਾਜ ਝਰਨੇ ਚਲਾ ਰਹੇ ਹੋ। ਮੇਰ ਭਰੀ ਛੜੀ ਸੀਸ ਤੇ ਰੱਖ ਕੇ ਸਤਿਗੁਰ ਪਾਤਸ਼ਾਹ ਜੀ ਆਪ ਹੀ ਕਵੀ ਸੰਤੋਖ ਸਿੰਘ ਜੀ ਤੋਂ ਕਥਾ ਲਿਖਵਾ ਰਹੇ ਹੋ। ਕਰਿਓ ਬਹਾਨੋ ਮੋਏ ਕੋ ਦਾਸ ਜਾਨ ਕਰ ਦੀਨ। ਕਵੀ ਜੀ ਆਪਣੀ ਨਿਮਰਤਾ ਵੀ ਬਿਆਨ ਕਰਦੇ ਤੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਵੀ ਫਰਮਾਉਂਦੇ ਹਨ। ਰੱਬ ਜੀ ਤੁਸੀਂ ਬਖਸ਼ਿਸ਼ ਕੀਤੀ, ਬਹਾਨਾ ਬਣਾਇਆ ਕਵੀ ਸੰਤੋਖ ਸਿੰਘ ਜੀ ਦਾ, ਪਰ ਮਹਾਰਾਜ ਆਪ ਹੀ ਕਥਾ ਮਹਾਰਾਜ ਜੀ ਲਿਖਾਣ ਵਾਲੇ ਹੋ, ਆਪ ਹੀ ਸੁਣਨ ਵਾਲੇ ਹੋ, ਆਪ ਹੀ ਸੁਣਾਉਣ ਵਾਲੇ ਹੋ। ਪਾਤਸ਼ਾਹ ਤੁਹਾਡੀ ਬਖਸ਼ਿਸ਼ ਨਾਲ ਮਹਾਰਾਜ ਜੀ ਕਥਾ ਲਿਖੀ ਜਾ ਰਹੀ ਹੈ। ਕਹਾਂ ਸ਼ਕਤ ਨਰ ਤਨ ਵਿਖੇ ਸੰਚਨ ਕਰੇ ਪ੍ਰਬੀਨ। ਮਹਾਰਾਜ ਜੀ ਮਨੁੱਖਾ ਸਰੀਰ ਵਿੱਚ ਕੋਈ ਸ਼ਕਤੀ ਨਹੀਂ ਕਿ ਤੁਹਾਡੇ ਗੁਣ ਕਹਿ ਸਕੀਏ, ਮਹਾਰਾਜ ਨਹੀਂ ਕਹੇ ਜਾਂਦੇ। ਪਰ ਫਿਰ ਵੀ ਜਿਵੇਂ ਤੁਸੀਂ ਬਖਸ਼ਿਸ਼ ਕੀਤੀ ਹੈ ਮਹਾਰਾਜ, ਤੁਹਾਡਾ ਜਸ ਮਹਾਰਾਜ ਇਕੱਠਾ ਕਰਕੇ ਜਿੱਥੋਂ ਜਿੱਥੋਂ ਮਿਲਿਆ, ਜਿਵੇਂ ਜਿਵੇਂ ਆਪ ਜੀ ਨੇ ਬਖਸ਼ਿਸ਼ ਕੀਤੀ, ਜਿਹੜੇ ਜਿਹੜੇ ਪ੍ਰਸੰਗ ਆਪ ਜੀ ਨੇ ਦਰਸ਼ਨ ਕਰਵਾ ਕੇ ਮਹਾਰਾਜ ਲਿਖਵਾਏ ਹਨ, ਕਵੀ ਜੀ ਨੇ ਉਹੀ ਲਿਖੇ ਹਨ। ਸਭ ਇੱਛਾ ਪੂਰਨ ਕਰੀ ਹਲਤ ਵਿਖੇ ਸੁਖ ਦੀਨ। ਐ ਰੱਬ ਜੀ ਤੁਸੀਂ ਸਾਰੀ ਇੱਛਾ ਪੂਰੀ ਕਰਤੀ ਮਹਾਰਾਜ। ਇਸ ਲੋਕ ਵਿੱਚ ਮਹਾਰਾਜ ਜੀ ਆਪ ਜੀ ਨੇ ਬੜੇ ਸੁਖ ਬਖਸ਼ਿਸ਼ ਕੀਤੇ ਹਨ। ਹਿਰਦੈ ਭਰੋਸਾ ਪਲਤ ਮੈਂ ਕਰੇ ਕਸ਼ਟ ਸਭ ਛੀਨ। ਮਨ ਵਿੱਚ ਇਹ ਵੀ ਭਰੋਸਾ ਹੈ ਮਹਾਰਾਜ ਜੀ, ਅਗਾਂਹ ਬਰਲੋਕ ਵਿੱਚ ਵੀ ਮਹਾਰਾਜ ਤੁਸੀਂ ਸਾਰੇ ਕਸ਼ਟ ਦੂਰ ਕਰੋਗੇ। ਜਿੱਥੇ ਯਾਦ ਕਰੀਏ ਧੰਨ ਗੁਰੂ ਨਾਨਕ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਲਗੀਧਰ ਪਿਤਾ, 10 ਪਾਤਸ਼ਾਹੀਆਂ ਸਰੂਪ ਤੁਸੀਂ ਇੱਕੋ ਹੀ ਰੂਪ ਹੋ ਪਾਤਸ਼ਾਹ। ਜਿੱਥੇ ਯਾਦ ਕਰਾਂਗੇ ਤੁਸੀਂ ਉੱਥੇ ਸਹਾਈ ਹੋਵੋਗੇ। ਇਮ ਉਪਦੇਸ਼ਤ ਸਤਿਗੁਰੂ ਜਿਮ ਸਿੰਘਨ ਕਲਿਆਣ। ਇਸ ਤਰ੍ਹਾਂ ਮਹਾਕਵੀ ਸੰਤੋਖ ਸਿੰਘ ਜੀ ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹੀ ਪ੍ਰਸੰਗ ਅੱਗੇ ਦੁਹਰਾਉਂਦੇ ਹਨ ਖਾਲਸਾ ਜੀਓ। ਜਿਵੇਂ ਭਾਈ ਦਇਆ ਸਿੰਘ ਜੀ ਗੁਰਸਿੱਖਾਂ ਨੂੰ ਖਾਲਸੇ ਪੰਥ ਗੁਰੂ ਕੇ ਪਿਆਰ ਦੇ ਸ਼ੰਕੇ ਦੂਰ ਕਰ ਰਹੇ ਸਨ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਵੀ ਗੁਰੂ ਕੇ ਪਿਆਰੇ ਆਉਂਦੇ ਹਨ, ਆਪਣੇ ਸ਼ੰਕੇ ਦੂਰ ਕਰਦੇ ਹਨ। ਤੇ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਸਿੱਖਾਂ ਦੇ ਸ਼ੰਕੇ ਦੂਰ ਕਰਕੇ ਸਭ ਨੂੰ ਨਿਹਾਲ ਨਿਹਾਲ ਕਰੀ ਜਾ ਰਹੇ ਹਨ। ਉਮਗੇ ਉਰ ਅਨੁਰਾਗ ਜਿਨ ਦਏ ਅਗਰ ਗੁਰ ਪ੍ਰਾਨ। ਤੇ ਜਿਨ੍ਹਾਂ ਦੇ ਹਿਰਦੇ ਵਿੱਚ ਅਨੁਰਾਗ ਪੈਦਾ ਹੋ ਗਿਆ, ਪ੍ਰੇਮ ਪੈਦਾ ਹੋ ਗਿਆ, ਉਹਨਾਂ ਗੁਰੂ ਕੇ ਪਿਆਰਿਆਂ ਨੇ ਗੁਰੂ ਵਾਸਤੇ ਖਾਲਸੇ ਪੰਥ ਲਈ ਆਪਣੇ ਪ੍ਰਾਣ ਨਿਸ਼ਾਵਰ ਕਰਤੇ। ਉਹਨਾਂ ਨੇ ਸ਼ਹੀਦੀ ਦਾ ਜਾਮ ਪ੍ਰਾਪਤ ਕਰ ਲਿਆ। ਪਟੇ ਦੂਤ ਗਿਰ ਪਤਨ ਜੇ
ਸਾਚ ਕੇ ਝੂਠ ਤੇ ਸੁਨਾਏ। ਖਾਲਸਾ ਜਿਹੜੇ ਪਹਾੜੀ ਰਾਜੇ ਹਨ, ਇਹਨਾਂ ਪਹਾੜੀ ਰਾਜਿਆਂ ਤੋਂ ਕੁਝ ਨਹੀਂ ਸਰਿਆ ਤੇ ਇਹਨਾਂ ਨੇ ਆਪਣੇ ਦੂਤ ਔਰੰਗਜ਼ੇਬ ਵੱਲ ਭੇਜੇ ਹਨ। ਪਹਿਲਾਂ ਦਿੱਲੀ ਵੱਲ ਭੇਜੇ, ਫਿਰ ਦਿੱਲੀ ਤੋਂ ਅੱਗੇ ਭੇਜੇ ਤੇ ਉੱਥੇ ਔਰੰਗਜ਼ੇਬ ਨੂੰ ਸੱਚ ਝੂਠ ਸੁਣਾ ਕੇ ਗੁਰੂ ਘਰ ਦੇ ਵਿਰੁੱਧ ਭੜਕਾ ਕੇ 1.25 ਲੱਖ ਸੈਨਾ ਸਹਿਤ ਤੈ ਉਮਰਾਵ ਚੜਾਏ। ਤੇ ਔਰੰਗਜ਼ੇਬ ਤੋਂ ਇੱਕ ਪੱਟਾ ਲਿਖਵਾ ਲਿਆ, ਇੱਕ ਹੁਕਮਨਾਮਾ ਪਰਵਾਨਾ ਲਿਖਾ ਲਿਆ ਕਿ ਇਹ ਔਰੰਗਜ਼ੇਬ ਬਾਦਸ਼ਾਹ ਜੀ, ਤੁਸੀਂ ਸਾਡੀ ਸਹਾਇਤਾ ਕਰੋ, ਸਾਡਾ ਰਾਜ ਖੁੱਸ ਰਿਹਾ ਹੈ। ਤੇ ਔਰੰਗਜ਼ੇਬ ਤੋਂ ਇੱਕ ਪਰਵਾਨਾ ਲਿਖਾਇਆ, ਇੱਕ ਮਹਾਨ ਯੋਧਾ ਖਾਲਸਾ 1.25 ਲੱਖ ਫੌਜ ਲੈ ਕੇ ਦਿੱਲੀ ਤੋਂ ਚੜਿਆ ਹੈ। ਜੋ ਪਈ ਸੈਂਦੇ ਖਾਨ ਪਠਾਨ ਚੜਿਆਇਓ। ਤੇ ਸੈਦੇ ਖਾਂ ਇਹ ਪਠਾਨ 1.25 ਲੱਖ ਫੌਜ ਲੈ ਕੇ ਆਣ ਲੱਗਾ। ਚਾਹੇ ਗੁਰੂ ਸੰਗ ਯੁੱਧ ਮਚਾਇਓ। ਇਹ ਸੈਦੇ ਖਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਯੁੱਧ ਕਰਨਾ ਚਾਹੁੰਦਾ ਹੈ। ਉਤਰੀ ਆਨ ਥਨੇਸਰ ਨਗਰੀ। ਜਦੋਂ ਇਹ ਫੌਜਾਂ ਲੈ ਕੇ ਦਿੱਲੀ ਤੋਂ ਤੁਰਿਆ, ਚਲਦਾ ਚਲਦਾ ਥਨੇਸਰ ਨਗਰੀ ਕੁਰਸ਼ੇਤਰ ਪਹੁੰਚਿਆ ਹੈ। ਤੁਰਕਨ ਚਮੂ ਸਨਦ ਬਦ ਸਗਰੀ। ਤੇ ਐਸੀ ਤੁਰਕਾਂ ਦੀ ਫੌਜ ਤਿਆਰ ਬਰ ਤਿਆਰ ਹੈ। 1.25 ਲੱਖ ਫੌਜ ਤਿਆਰ ਬਰ ਤਿਆਰ ਨਗਾਰੇ ਵਜਾਉਂਦੇ ਹੋਏ ਉੱਥੇ ਟਿਕੀ ਹੋਈ ਹੈ। ਇਤ ਗੁਰ ਕਰਤੇ ਹਟੇ ਮਸੰਦ। ਤੇ ਇਧਰ ਗੁਰੂ ਘਰ ਤੋਂ ਜਿਹੜੇ ਮਸੰਦ ਹਟ ਗਏ ਸਨ, ਭਾਵ ਇਸ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਵੀ ਕਿਸੇ ਮਸੰਦ ਨੂੰ ਤੁਸੀਂ ਭੇਟਾ ਨਹੀਂ ਦੇਣੀ। ਸਾਧ ਸੰਗਤ ਜੀ, ਅੱਜ ਖਾਲਸੇ ਪੰਥ ਵਿੱਚ ਗੁਰੂ ਮਹਾਰਾਜ ਤੇ ਖਾਲਸਾ ਪੰਥ ਇੱਕਮਿਕ ਹਨ, ਕਿਸੇ ਮਸੰਦ ਨੂੰ ਮੂੰਹ ਨਹੀਂ ਲਾਣਾ। ਬੈਠੇ ਧਨ ਸੰਗਤ ਤੇ ਬੰਦ। ਤੇ ਮਸੰਦ ਆਪਣੇ ਘਰਾਂ ਵਿੱਚ ਹੀ ਬੈਠ ਗਏ, ਸੰਗਤਾਂ ਤੋਂ ਧਨ ਆਣਾ ਬੰਦ ਹੋ ਗਿਆ। ਸ਼੍ਰੀ ਗੁਰ ਕਹਿਓ ਮਸੰਦ ਨਾ ਮੇਰੇ। ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਚਨ ਕੀਤਾ, ਸਾਧ ਸੰਗਤ ਜੀ, ਇਹ ਮਸੰਦ ਮੇਰੇ ਨਹੀਂ ਹਨ। ਸਿੱਖਨ ਪਰ ਇਹ ਰਾਖਸ਼ ਹੇਰੇ। ਇਹ ਤਾਂ ਗੁਰਸਿੱਖਾਂ ਉਤੇ ਰਾਖਸ਼ ਨਿਆਈ ਹਨ, ਦੈਂਤਾਂ ਦੇ ਨਿਆਈ ਹਨ, ਐਵੇਂ ਅਤਿਆਚਾਰ ਕਰਨ ਵਾਲੇ ਹਨ। ਕਿਤਕ ਮਸੰਦ ਬੰਦ ਕਰ ਕਹਿਓ। ਤੇ ਕਈ ਮਸੰਦਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਹੱਥ ਜੋੜ ਕੇ ਬੇਨਤੀ ਕੀਤੀ ਹੈ, ਕਰੀ ਏਕ ਨੇ ਦੁੱਖ ਸਭ ਲਇਓ। ਐ ਮਹਾਰਾਜ ਜੀ, ਗਲਤੀ ਇੱਕ ਨੇ ਕੀਤੀ ਤੇ ਅਸੀਂ ਸਾਰੇ ਹੀ ਦੁੱਖ ਪ੍ਰਾਪਤ ਕਰ ਰਹੇ ਹਾਂ। ਖਤਾ ਪ੍ਰਥਮ ਕੀ ਬਖਸ਼ਨ ਕਰੀਏ। ਸਤਿਗੁਰ ਜੀ ਬਖਸ਼ਿਸ਼ ਕਰੋ, ਸਾਡੀ ਖਤਾ ਮਹਾਰਾਜ ਇਹ ਬਖਸ਼ ਦਵੋ। ਮਹਾਰਾਜ ਜਿਹੜੇ ਇੱਕ ਨੇ ਗੁਨਾਹ ਕੀਤੇ ਮਹਾਰਾਜ, ਉਹ ਤਾਂ ਤਾੜਿਆ ਗਿਆ ਹੈ, ਸਾਨੂੰ ਤਾਂ ਮਹਾਰਾਜ ਜੀ ਬਖਸ਼ ਦਵੋ। ਆਪਣੇ ਜਾਨ ਦਇਆ ਔਰ ਧਰੀਏ। ਤੇ ਆਪਣਾ ਜਾਣ ਕੇ ਮਹਾਰਾਜ ਤੁਹਾਡੇ ਗੁਰੂ ਕੇ ਪਿਆਰੇ ਆ, ਗੁਰੂ ਘਰ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਹਾਂ ਪਾਤਸ਼ਾਹ ਜੀ, ਆਪਣਾ ਜਾਣ ਕੇ ਦਇਆ ਕਰੋ ਜੀ। ਅਬ ਤੇ ਜੋ ਸਿੱਖ ਕੇ ਘਰ ਜਾਏ। ਤੇ ਮਹਾਰਾਜ ਜੀ, ਅੱਜ ਤੋਂ ਬਾਅਦ ਜਿਹੜੇ ਸਿੱਖਾਂ ਦੇ ਘਰ ਜਾਵਾਂਗੇ, ਖੁਸ਼ੀ ਹੋਏ ਦੇ ਸੋ ਹਮ ਲਿਆਏ। ਤੇ ਜਿਹੜਾ ਸਿੱਖ ਆਪਣੀ ਖੁਸ਼ੀ ਨਾਲ ਦਵੇਗਾ ਮਹਾਰਾਜ ਜੀ, ਉਹ ਕਾਰ ਭੇਟਾ, ਉਹ ਸੇਵਾ ਲੈ ਕੇ ਆਵਾਂਗੇ। ਸਗਰੇ ਮਾਰੇ ਏਕ ਪਿਛਾਰੀ। ਤੇ ਮਹਾਰਾਜ ਜੀ, ਤੁਸੀਂ ਤੇ ਸਾਨੂੰ ਸਭ ਨੂੰ ਮਾਰ ਛੱਡਿਆ ਹੈ, ਗਲਤੀ ਇੱਕ ਦੀ ਹੋਈ ਮਹਾਰਾਜ, ਇੱਕ ਦੇ ਮਗਰ ਲੱਗ ਕੇ ਸਾਰੇ ਮਾਰੇ ਗਏ ਹਾਂ। ਅਬ ਬਰਤੇ ਗੁਰ ਬਾਚੀ ਅਨੁਸਾਰੀ। ਤੇ ਮਹਾਰਾਜ, ਅੱਜ ਤੋਂ ਬਾਅਦ ਅਸੀਂ ਆਪਣੀ ਮਨ ਦੀ ਮਰਜ਼ੀ ਨਹੀਂ ਕਰਾਂਗੇ, ਜਿਵੇਂ ਤੁਸੀਂ ਕਹੋਗੇ ਮਹਾਰਾਜ ਉਵੇਂ ਕਰਾਂਗੇ। ਸੁਨ ਸ਼੍ਰੀ ਮੁਖ ਤੇ ਤਬੇ ਉਚਾਰਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਮੁਖ ਤੋਂ ਬਚਨ ਉਚਾਰਨ ਕੀਤਾ, ਸਿੱਖ ਸਿਦਕ ਕੋ ਹੋਏ ਨਿਰਧਾਰਾ। ਸਤਿਗੁਰ ਪਾਤਸ਼ਾਹ ਕਹਿਣ ਲੱਗੇ, ਕਿਉਂ ਕਾਹਲੇ ਪੈਂਦੇ ਹੋ, ਕਿਉਂ ਐਵੇਂ ਹਾਉ ਹਾਉ ਕਰ ਰਹੇ ਹੋ। ਐਵੇਂ ਭਾਈ, ਗੁਰੂ ਕਾ ਸਿੱਖ ਸਿਦਕ ਦਾ ਧਾਰਨੀ ਹੋਵੇ, ਜੋ ਮਿਲ ਜਾਵੇ ਉਸ ਤੇ ਭਰੋਸਾ ਕਰੇ, ਰੱਬ ਦਾ ਸਿਮਰਨ ਕਰੇ, ਐਸਾ ਸਿੱਧਗੀ ਸਿੱਖ ਹੋਵੇ। ਕਾਲ ਕਲੂ ਕੋ ਸੁਨੀਏ ਪਾਈ। ਇਹ ਕਲਯੁਗ ਦਾ ਸਮਾਂ ਬੜਾ ਭਿਆਨਕ ਹੈ। ਦੁਸ਼ਤਰ ਜੇ ਸਿੱਖੀ ਨਿਭਾਈ। ਇੱਥੇ ਸੁਣੋ ਖਾਲਸਾ ਜੀਓ, ਸਿੱਖੀ ਦਾ ਨਿਰਵਾਹ ਕਰਨਾ ਬੜਾ ਔਖਾ ਹੈ, ਬਹੁਤ ਕਠਿਨ ਹੈ।
ਕੜਾਕੇ ਫੜਾਕੇ ਸਹਿਣ ਕਰਨੇ ਪੈਂਦੇ ਹਨ, ਸਿਦਕ ਵਿੱਚ ਰਹਿਣਾ ਪੈਂਦਾ ਹੈ, ਨਿਮਰਤਾ ਭਾਵ ਵਿੱਚ ਰਹਿਣਾ ਪੈਂਦਾ ਹੈ। ਇਹ ਗੁਰੂ ਕੀ ਸਿੱਖੀ ਹੈ। ਕੁਛ ਘਾਟਾ ਧਨ ਕੇ ਗੁਰ ਕਰਨੇ। ਗੁਰੂ ਘਰ ਧਨ ਦਾ ਘਾਟਾ ਹੁੰਦਾ ਹੀ ਨਹੀਂ ਕਦੀ। ਇੱਥੇ ਤਾਂ ਗੁਰੂ ਕੀਆਂ ਸੰਗਤਾਂ ਆਪਣੇ ਆਪ ਹੀ ਲਿਆਈ ਜਾਂਦੀਆਂ ਹਨ। ਇਸ ਕਰਕੇ ਗੁਰਸਿੱਖੋ ਫਿਕਰ ਨਾ ਕਰੋ, ਇਹ ਮਤ ਮਨ ਵਿੱਚ ਵਿਚਾਰ ਕਰੋ ਵੀ ਗੁਰੂ ਘਰ ਘਾਟਾ ਪੈ ਗਿਆ, ਸੰਗਤਾਂ ਬਹੁਤ ਜ਼ਿਆਦਾ ਆ ਗਈਆਂ। ਨਾ, ਇੱਥੇ ਜਿਹੜੇ ਜਿਹੜੇ ਗੁਰੂ ਕੇ ਪਿਆਰੇ ਆ ਰਹੇ ਹਨ ਉਹ ਆਪਣੀ ਕਾਰ ਭੇਟਾ ਆਪਣੀ ਸੇਵਾ ਨਾਲ ਲੈ ਕੇ ਆ ਰਹੇ ਹਨ। ਬਿਨ ਬੋਲੇ ਨੇ ਗਮਨੋ ਸਿੱਖ ਗ੍ਰਹਿ। ਤੇ ਐ ਮਸੰਦੋ ਭਾਈ, ਬਿਨਾ ਤੁਸੀਂ ਬੋਲਿਆਂ ਗੁਰਸਿੱਖਾਂ ਦੇ ਘਰ ਨਹੀਂ ਜਾਣਾ। ਜੇ ਤੁਹਾਨੂੰ ਕੋਈ ਬੁਲਾਵੇਗਾ ਤਾਂ ਜਾਣਾ ਹੈ, ਜਾਂ ਅਸੀਂ ਤੁਹਾਨੂੰ ਕਵਾਂਗੇ ਤੁਸੀਂ ਤਾਂ ਜਾਣਾ ਹੈ। ਬਿਨਾ ਤੁਸੀਂ ਕਹਿਆ ਆਪਣੇ ਆਪ ਨਹੀਂ ਜਾਣਾ। ਗੁਰ ਕੋ ਹੁਕਮ ਬਿਦਤ ਭਾ ਜਬੇ। ਇਸ ਤਰ੍ਹਾਂ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਸਾਰੇ ਪਾਸੇ ਫੈਲ ਗਿਆ, ਬੰਦ ਮਸੰਦ ਹੋਤ ਭੇ ਤਬੇ। ਇਹ ਮਸੰਦ ਖਾਲਸਾ 'ਚ ਬੰਨੇ ਗਏ, ਭਾਵ ਗੁਰੂ ਦੇ ਹੁਕਮਾਂ ਅਨੁਸਾਰ ਇਹ ਬੰਨੇ ਗਏ। ਕਾਰਿਦ ਪਇਓ ਨਹੀਂ ਕੁਛ ਪਾਵੇ। ਇਹਨਾਂ ਦਾ ਇੱਧਰ ਉੱਧਰ ਜਾਣਾ ਬੰਦ ਹੋ ਗਿਆ ਤੇ ਬਹੁਤ ਦਲਿਦਰੀ ਹੋ ਗਈ, ਗਰੀਬੀ ਵਿੱਚ ਆ ਗਏ। ਸ੍ਰੀ ਗੁਜਰੀ ਟਿਗ ਨਿਤ ਚਾਲੇ ਆਵੇ। ਰੋਜ਼ ਹੀ ਮਾਤਾ ਗੁਜਰੀ ਜੀ ਕੋਲ ਚੱਲ ਕੇ ਆਉਂਦੇ ਹਨ, ਅਨੇਕ ਭਾਂਤ ਕੀ ਬਾਤ ਸੁਣਾਵੇ। ਤੇ ਆਪਣੇ ਵੱਲੋਂ ਅਨੇਕ ਤਰ੍ਹਾਂ ਦੀਆਂ ਗੱਲਾਂ ਸੁਣਾਉਂਦੇ ਹਨ। ਕਰੇ ਫਰਿਆਦ ਕਲੇਸ਼ ਬਤਾਵੇ। ਤੇ ਮਾਤਾ ਜੀ ਕੋਲ ਫਰਿਆਦ ਕਰਦੇ, ਮਹਾਰਾਜ ਮਾਤਾ ਜੀ ਸਾਡੇ ਇਹ ਦੁੱਖ ਹਨ, ਤੁਸੀਂ ਸੁਣੋ ਜੀ। ਸੁਨੋ ਮਾਤ ਜੀ ਰੀਤ ਹਮੇਸ਼ਾ। ਸੁਣੋ ਮਾਤਾ ਜੀ, ਇਹ ਹਮੇਸ਼ਾ ਤੋਂ ਗੁਰੂ ਘਰ ਦੀ ਮਰਿਆਦਾ ਰਹੀ ਹੈ। ਗੁਰ ਘਰ ਕੇ ਤੇ ਕਾਜ ਅਸ਼ੇਸ਼ਾ। ਜਿਤਨੇ ਗੁਰੂ ਘਰ ਦੇ ਵਿਸ਼ੇਸ਼ ਕਾਰਜ ਸਨ, ਜਿਤਨੇ ਸਾਰੇ ਕਾਰਜ ਅਸੀਂ ਕਰਦੇ ਆਏ ਹਾਂ, ਜਬ ਕੀ ਕਰੀ ਕਾਰ ਸਭ ਬੰਦ। ਉਹ ਸਾਰੇ ਕੰਮ ਅਸੀਂ ਕਰਦੇ ਆਏ ਹਾਂ। ਪਰ ਜਿਸ ਦਿਨ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਸੰਗਤਾਂ ਦੇ ਘਰ ਜਾਣ ਤੋਂ ਰੋਕ ਛੱਡਿਆ ਕਿ ਕਾਰ ਭੇਟਾ ਕੋਈ ਮਸੰਦ ਨਾ ਲੈ ਕੇ ਆਵੇ, ਸਨੇ ਸਨੇ ਪਰ ਗਏ ਸਭ ਮੰਦ। ਆਸਤਾ ਆਸਤਾ ਸਾਰੇ ਕੰਮ ਮੰਦ ਹੋ ਗਏ। ਨਹੀਂ ਆਮਦਨ ਧਨ ਕੀ ਹੋਏ। ਹੁਣ ਜੇ ਧਨ ਦੀ ਆਮਦਨ ਨਹੀਂ ਹੋ ਰਹੀ ਤੇ ਕੰਮ ਕਿਵੇਂ ਚੱਲਣਗੇ? ਸਾਰੇ ਕੰਮਾਂ ਵਿੱਚ ਘਾਟਾ ਪੈਣ ਲੱਗਾ ਹੈ। ਦੇਨ ਲੈਨ ਪੁਨ ਕਿਮ ਕਰ ਹੋਏ। ਇਹ ਸੰਗਤਾਂ ਨੂੰ ਕੁਝ ਸਰੂਪੇ ਦੇਣੇ ਜਾਂ ਹੋਰ ਲੈਣਾ ਵਿਵਹਾਰ ਇਹ ਕਿਵੇਂ ਹੋਵੇਗਾ? ਇਤਿਆਦਿਕ ਨਿਤ ਮਾਤਾ ਪਾਸ। ਇਤਿਆਦਿਕ ਇਹ ਮਸੰਦ ਰੋਜ਼ ਮਾਤਾ ਜੀ ਦੇ ਕੋਲ ਜਾ ਕੇ ਇਹ ਗੱਲਾਂ ਕਰਦੇ ਹਨ। ਬ੍ਰਿੰਦ ਮਸੰਦ ਸੋ ਕਰੇ ਪ੍ਰਕਾਸ਼। ਬਹੁਤ ਜ਼ਿਆਦਾ ਮਸੰਦ, ਕਦੀ 2 ਆ ਗਏ, ਕਦੀ 4 ਆ ਗਏ, ਕਦੀ 10 ਆ ਗਏ। ਰੋਜ਼ ਮਾਤਾ ਜੀ ਕੋਲ ਆਪਣੇ ਦੁੱਖੜੇ ਰੋਂਦੇ ਹਨ। ਕਹੇ ਤਿਨੋਂ ਕੇ ਇੱਕ ਦਿਨ ਮਾਈ। ਤੇ ਉਹਨਾਂ ਮਸੰਦਾਂ ਨੇ ਜਦੋਂ ਰੋਜ਼ ਮਾਤਾ ਜੀ ਕੋਲ ਫਰਿਆਦ ਕਰਨੀ ਤੇ ਉਹਨਾਂ ਮਸੰਦਾਂ ਦੇ ਕਹੇ ਅਨੁਸਾਰ ਇੱਕ ਦਿਨ ਮਾਤਾ ਗੁਜਰੀ ਜੀ ਸੋਢੀ ਬੰਸ ਮੁਕਟ ਟਿਗ ਆਈ। ਸੋਢੀ ਬੰਸ ਤੇ ਮੁਕਟ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਮਾਤਾ ਗੁਜਰੀ ਜੀ ਪਹੁੰਚੇ ਹਨ। ਕਹਿਤ ਪਾਈ ਬੇਟਾ ਸੁਨ ਅਬੇ। ਮਾਤਾ ਜੀ ਕਹਿਣ ਲੱਗੇ, ਬੇਟਾ ਜੀ ਮੇਰੀ ਵੀ ਗੱਲ ਸੁਣ ਲਵੋ। ਕਿਮ ਸੰਸਾਰ ਕੋ ਕਾਰਜ ਨਿਬੇ। ਇਹ ਦੁਨੀਆ ਦਾ ਕਾਰਜ ਕਿਵੇਂ ਨਿਭੇਗਾ? ਗੁਰੂ ਘਰ ਦੇ ਕਾਰਜ ਹਨ, ਬਿਨਾ ਮਾਇਆ ਤੋਂ ਕਿਵੇਂ ਚੱਲਣਗੇ? ਕਿਮ ਲੰਗਰ ਸਿੰਘਨ ਕੋ ਹੋਏ। ਇਹ ਜਿਹੜਾ ਖਾਲਸੇ ਦਾ ਲੰਗਰ ਹੈ ਮਸਤਾਨਾ ਹੋਣ ਲੱਗਾ ਹੈ, ਕਿਵੇਂ ਗੁਰਸਿੱਖਾਂ ਦੇ ਖਾਲਸੇ ਦੇ ਸਿੰਘਾਂ ਦੇ ਲੰਗਰ ਚੱਲਣਗੇ? ਬੰਦ ਕਾਰ ਸੰਗਤ ਕੀ ਜੋਏ। ਜਿਹੜੀ ਸੰਗਤ ਦੀ ਕਾਰ ਸੇਵਾ ਤੁਸੀਂ ਬੰਦ ਕਰ ਦਿੱਤੀ ਹੈ ਕਿ ਕੋਈ ਵੀ ਮਸੰਦ ਆਪ ਭੇਟਾ ਲੈਣ ਨਾ ਜਾਵੇ, ਇਹ ਤੁਸੀਂ ਸੇਵਾ ਬੰਦ ਕਰ ਦਿੱਤੀ ਹੈ। ਸਿਰੇ ਪਾਉਲੇ ਸਿੱਖ ਬਡੇਰੇ। ਗੁਰੂ ਕੇ ਪਿਆਰੇ ਆਉਂਦੇ ਹਨ, ਉਹ ਸਿਰੋਂ ਪਾਉ ਲੈਂਦੇ ਹਨ, ਤੇ ਹੁਣ ਸਿਰੋਂ ਪਾਉ ਕਿੱਥੋਂ ਲੈਣਗੇ? ਇਤਿਆਦਿਕ ਜੇ ਕਾਜ ਕਨੇਰੇ। ਐ ਬੇਟਾ ਗੁਰੂ ਮਹਾਰਾਜ ਜੀ ਜਿਹੜੇ ਇਤਿਆਦਿਕ ਅਨੇਕ ਹੀ ਕਾਰਜ ਹਨ, ਕੰਮ ਨਿਰਬਾਹੋ ਬਿਨਾ ਧਨ ਆਏ। ਦੱਸੋ ਤੁਸੀਂ ਆਪ ਸਿਆਣੇ ਹੋ, ਬਿਨਾ ਧਨ ਦੇ ਆਏ ਤੋਂ ਕੰਮ ਕਿਵੇਂ ਚੱਲਣਗੇ? ਲੰਗਰ ਦਾ ਕਾਰਜ ਹੈ, ਸਰੂਪੇ ਦੇਣੇ ਹਨ,
ਹੋਰ ਵਿਵਹਾਰ ਕਰਨੇ ਹਨ ਉਹ ਕਿਵੇਂ ਹੋਣਗੇ? ਸਗਰੇ ਬਰਜ ਮਸੰਦ ਹਟਾਏ। ਤੁਸੀਂ ਤਾਂ ਸਾਰੇ ਮਸੰਦ ਪਿੱਛੇ ਕਰ ਦਿੱਤੇ ਹਨ ਕਿ ਸੰਗਤਾਂ ਤੇ ਗੁਰੂ ਦੇ ਵਿਚਕਾਰ ਜਿਹੜੀ ਵਿਚੋਲਗੀ ਹੈ ਤੁਸੀਂ ਖਤਮ ਕਰ ਦਿੱਤੀ ਹੈ ਕਿ ਸੰਗਤਾਂ ਸਿੱਧਾ ਭੇਟਾ ਗੁਰੂ ਮਹਾਰਾਜ ਕੋਲ ਲੈ ਕੇ ਆਣ। ਸੰਗਤਾਂ ਤੇ ਕਦੀ ਕਦੀ ਆਉਂਦੀਆਂ ਬੇਟਾ ਤੇ ਗੁਰੂ ਘਰ ਦੇ ਕਾਰਜ ਤਾਂ ਹਮੇਸ਼ਾ ਹੀ ਚੱਲਦੇ ਰਹਿਣਗੇ। ਪਖ ਕੀ ਬਾਤ ਮਾਤ ਤੇ ਸੁਣੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਾਣੀ ਜਾਣ ਪਰਮੇਸ਼ਰ ਸਰੂਪ। ਜਦੋਂ ਮਹਾਰਾਜ ਜੀ ਨੇ ਜਾਣਿਆ ਕਿ ਮਾਤਾ ਜੀ ਮਸੰਦਾਂ ਦੇ ਪੱਖ ਦੀ ਗੱਲ ਕਰ ਰਹੇ ਹਨ, ਕਸੂਰ ਇਹਨਾਂ ਦਾ ਵੀ ਨਹੀਂ, ਇਹ ਵੀ ਮਸੰਦਾਂ ਦੇ ਕਹੇ ਅਨੁਸਾਰ ਇੱਥੇ ਪਹੁੰਚੇ ਹਨ। ਗੁਰ ਕੇ ਹਿਰਦੇ ਭਾਈ ਰਿਸਕਨੀ। ਤੇ ਮਹਾਰਾਜ ਦੇ ਹਿਰਦੇ ਥੋੜਾ ਜਿਹਾ ਵੀਰ ਰਸ ਆ ਗਿਆ। ਪੂਰਬ ਦੋਏ ਲੱਖ ਲੈ ਦਰਬਾ। ਤੇ ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਮਾਤਾ ਜੀ ਤੁਸੀਂ ਸਿਆਣੇ ਹੋ, ਇਹ ਰੱਬ ਦਾ ਹੁਕਮ ਹੈ, ਜਿਵੇਂ ਹੋਣਾ ਉਵੇਂ ਹੋਣਾ ਹੈ। ਇਹ ਗੁਰੂ ਘਰ ਦੀ ਮਾਇਆ, ਇਹ ਰੱਬ ਆਪ ਚਲਾਵੇਗਾ, ਰੱਬ ਆਪ ਨੇ ਕਣ ਚਲਾਣੇ ਹਨ। ਕਿ ਜਿਹੜਾ ਤੁਹਾਡੇ ਕੋਲ ਪਹਿਲਾਂ 2 ਲੱਖ ਰੁਪਇਆ ਹੈ ਧਰਿਓ ਛਪਾਏ ਖਜ਼ਾਨੋ ਸਰਬਾ। ਦੱਸੋ ਤੁਸੀਂ ਕਿਉਂ ਛੁਪਾਇਆ ਹੋਇਆ ਹੈ? ਪਹਿਲਾਂ ਉਹਨੂੰ ਖਰਚ ਕਰੋ। ਮਾਇਆ ਤੇ ਬੜੀ ਹੈ ਖਾਲਸੇ ਕੋਲ, ਪਹਿਲਾਂ 2 ਲੱਖ ਰੁਪਇਆ ਤੁਸੀਂ ਖਰਚਾ ਕਰੋ। ਮੈਂ ਲੰਗਰ ਸਿੱਖਣ ਤੇ ਸਮਾਈ। ਤੇ ਐ ਮਾਤਾ ਜੀ ਧਿਆਨ ਰੱਖਣਾ ਜਿਹੜੇ ਗੁਰੂ ਕੇ ਲੰਗਰ ਹਨ ਭਲੇ ਸੰਭਾਰ ਰਾਖੀਏ ਤਾਈ। ਤੇ ਤੁਸੀਂ ਉਹ ਸਾਂਭ ਕੇ ਰੱਖੇ ਹੋਏ ਹਨ, ਉਹਨ ਲੰਗਰਾਂ ਵਿੱਚ ਖਰਚੋ ਜੀ। ਜੋ ਸ਼ਤਰੂ ਐ ਤੁਰਕ ਹਮਾਰੇ। ਤੁਸੀਂ ਖਰਚ ਨਹੀਂ ਰਹੇ ਕਿਉਂਕਿ ਸਮਾਂ ਆਉਣਾ ਹੈ ਜਿਹੜੇ ਦੁਸ਼ਮਣ ਹਨ, ਗੁਰੂ ਘਰ ਦੇ ਵੈਰੀ ਹਨ, ਇਹ ਤੁਰਕ ਹਨ, ਇਹ ਮਲੇਸ਼ ਬਿਰਤੀ ਵਾਲੇ ਹਨ। ਭਾਗ ਤਿਨੋਂ ਕੋ ਤਾਏ ਮਝਾਰੇ। ਲੱਗਦਾ ਹੈ 2 ਲੱਖ ਉਹਨਾਂ ਦੇ ਕਰਮਾਂ ਦਾ ਹੈ ਜਿਹੜਾ ਤੁਸੀਂ ਸਾਂਭ ਕੇ ਰੱਖਿਆ ਹੋਇਆ ਨਾ, ਲੁਕਾ ਕੇ ਛੁਪਾ ਕੇ ਰੱਖਿਆ, ਪਤਾ ਵੀ ਔਖੇ ਵੇਲੇ ਕੰਮ ਆਵੇਗਾ। ਹੁਣ ਪਾਤਸ਼ਾਹ ਗੰਮੀ ਬਚਨ ਕਹਿ ਰਹੇ ਖਾਲਸਾ, ਕਿਸੇ ਦਾ ਦੋਸ਼ ਨਹੀਂ ਇਸ ਵਿੱਚ, ਰੱਬ ਦਾ ਹੁਕਮ ਹੀ ਇਸ ਤਰ੍ਹਾਂ ਹੀ ਹੈ ਖਾਲਸਾ ਜੀਓ। ਪਾਤਸ਼ਾਹ ਕਹਿਣਗੇ ਮਾਤਾ ਜੀ ਇਹ 2 ਲੱਖ ਰੁਪਇਆ ਉਹਨਾਂ ਮਲੇਸ਼ਾਂ ਲਈ ਹੈ। ਸਿੱਖੀ ਪਿੱਖੀ ਭਲੇ ਸਭ ਪਾਵੋ। ਤੇ ਜੋ ਸਿੱਖੀ ਅਸੀਂ ਵੇਖ ਰਹੇ ਹਾਂ ਇਹ ਭਲੀ ਹੈ। ਸਿੱਖੋ ਲੂਟ ਕੂਟ ਤੁਮ ਖਾਵੋ। ਤੇ ਜਿਹੜੇ ਸਿੱਖ ਹਨ ਉਹ ਤਾਂ ਲੂਟ ਬੂਟ ਖਾਣੇ ਕੋ ਡਾਢੋ ਉਸਤਾਦ ਜਿਸੋ, ਇਹ ਤਾਂ ਲੁੱਟ ਮੁੱਟ ਕਰਨ ਵਾਲੇ ਹਨ। ਓਕਾ ਸਤਗੁਰ ਕੋ ਪਰਵਾਰ। ਤੇ ਮਤ ਜਾਣੋ ਵੀ ਗੁਰੂ ਘਰ ਦਾ ਪਰਿਵਾਰ ਭੁੱਖਾ ਹੈ, ਇਹ ਤਾਂ ਤਿਆਰ ਬਰ ਤਿਆਰ ਰਹਿਣ ਵਾਲੇ ਹਨ। ਜਿਤ ਕਿਤ ਤੇ ਕਰ ਲਿਓ ਆਹਾਰ। ਗੁਰੂ ਕੇ ਪਿਆਰੇ ਕਦੀ ਭੁੱਖੇ ਨਹੀਂ ਰਹਿੰਦੇ, ਜਿੱਧਰੋਂ ਕਿਧਰੋਂ ਆਹਾਰ ਕਰ ਹੀ ਲੈਂਦੇ ਹਨ। ਸੁਨ ਕਰ ਡਰ ਔਰ ਸਿੰਘਨ ਧਾਰਾ। ਤੇ ਇਹ ਗੱਲ ਸੁਣ ਕੇ ਗੁਰੂ ਕੇ ਸਿੰਘਾਂ ਨੇ ਵੀ ਮਨ ਵਿੱਚ ਡਰ ਧਾਰਨ ਕਰ ਲਿਆ। ਹੱਥ ਜੋੜ ਕਰ ਬਿਨੇ ਉਚਾਰਾ। ਸਾਰੇ ਗੁਰਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ। ਰਾਵਰ ਬਾਕ ਰਾਮ ਕੇ ਬਾਨਾ। ਪਾਤਸ਼ਾਹ ਜੀ ਇਤਨੇ ਕਰੜੇ ਬਚਨ ਨਾ ਆਖੋ ਮਹਾਰਾਜ ਕਿ ਪਾਤਸ਼ਾਹ ਤੁਹਾਡਾ ਖਾਲਸਾ ਪੰਥ ਕੜਾਕੇ ਵਿੱਚ ਰਵੇ। ਮਹਾਰਾਜ ਇਹ ਬਚਨ ਤਾਂ ਨਾ ਆਖੋ ਪਾਤਸ਼ਾਹ, ਤੁਹਾਡੇ ਬਚਨ ਐਸੇ ਪਰਮੇਸ਼ਰ ਦੇ ਤੀਰ ਵਾਂਗ ਹਨ ਜਿਹੜੇ ਕਦੀ ਖਾਲੀ ਨਹੀਂ ਜਾਂਦੇ। ਨਿਸ਼ਫਲ ਹੋਤ ਨਹੀਂ ਸਭ ਜਾਨਾ। ਤੇ ਪਾਤਸ਼ਾਹ ਸਾਰੀ ਦੁਨੀਆ ਜਾਣਦੀ ਹੈ ਤੁਹਾਡੇ ਬਚਨ ਅਟਲ ਹੁੰਦੇ ਹਨ। ਕਿਰਪਾ ਕਰੋ ਸਭ ਕੋ ਰੱਖ ਲੀਜੈ। ਮਹਾਰਾਜ ਕਿਰਪਾ ਕਰੋ ਸਾਨੂੰ ਸਭ ਨੂੰ ਬਚਾ ਲਓ ਪਾਤਸ਼ਾਹ। ਐਸੇ ਬਚਨ ਤਾਂ ਨਾ ਆਖੋ ਪਾਤਸ਼ਾਹ, ਸਾਡੇ ਸਭ ਦੀ ਪੈਜ ਰੱਖੋ ਜੀ। ਭਲੇ ਬਾਕ ਸਭ ਕੋ ਕਹਿ ਦੀਜੈ। ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਭਲੇ ਬਚਨ ਆਖੋ ਕਿ ਸਭ ਦਾ ਭਲਾ ਹੋ ਜਾਵੇ। ਸੁਨ ਸ਼੍ਰੀ ਮੁਖ ਤੇ ਬੌਰ ਉਚਾਰੀ। ਇਹ ਗੱਲ ਸੁਣ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਫਿਰ ਉਚਾਰਨ ਕੀਤਾ। ਬਾਬਾ ਨਾਨਕ ਜਗ ਗੁਰ ਭਾਰੀ। ਪਾਤਸ਼ਾਹ ਕਹਿਣ ਲੱਗੇ ਖਾਲਸਾ ਜੀਓ ਧੰਨ ਗੁਰੂ ਨਾਨਕ ਮਹਾਰਾਜ ਬਾਬਾ ਨਾਨਕ ਜੀ ਆਪ ਨਾਰਾਇਣ ਅਕਾਲ ਪੁਰਖ ਪ੍ਰਮਾਤਮਾ ਸਰੂਪ ਗੁਰੂ ਨਾਨਕ ਪਾਤਸ਼ਾਹ ਜੀ
ਜਿਹੜੇ ਭਾਰੀ ਗੁਰੂ ਹਨ ਦੁਨੀਆ ਵਿੱਚ ਆਏ, ਤਿਨੋ ਕਏ ਬਾਕਨ ਅਬਿਰਾਮੇ, ਉਹਨਾਂ ਦੇ ਬਚਨ ਅਟਲ ਹਨ, ਬੜੇ ਸੁੰਦਰ ਬਚਨ ਹਨ ਉਹਨਾਂ ਦੇ। ਵਰਤੋਂਗਾ ਪੈਰੋ 10 ਜਾਮੇ, ਗੁਰੂ ਨਾਨਕ ਪਾਤਸ਼ਾਹ ਦੇ ਬਚਨ ਅਸੀਂ ਵਰਤਾਂਗੇ 10 ਜਾਮੇ ਧਾਰਨ ਕਰਕੇ, ਵੱਖ-ਵੱਖ 10 ਜਾਮੇ ਧਾਰਨ ਕਰਾਂਗੇ ਤੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਾਂਗੇ। ਪਾਣਾ ਇਸੀ ਤਰ੍ਹਾਂ ਸਭ ਹੋਵੇ, ਜਿਵੇਂ ਜਿਵੇਂ ਗੁਰੂ ਨਾਨਕ ਮਹਾਰਾਜ ਦਾ ਬਚਨ ਹੈ ਉਹ ਪਹਾੜਾ ਇਸੀ ਤਰ੍ਹਾਂ ਹੋ ਰਿਹਾ ਹੈ। ਕਰੀ ਪਰਮੇਸ਼ਰ ਕੀ ਕੋ ਖੋਵੇ, ਪਰਮੇਸ਼ਰ ਦੀ ਕਰਨੀ ਨੂੰ ਕੌਣ ਖਤਮ ਕਰ ਸਕਦਾ ਹੈ? ਕੋਈ ਨਹੀਂ ਕਰ ਸਕਦਾ। ਜਿਵੇਂ ਰੱਬ ਦਾ ਭਾਣਾ ਹੈ, ਰੱਬ ਦਾ ਹੁਕਮ ਹੈ, ਉਵੇਂ ਹੀ ਹੋ ਕੇ ਰਹਿਣਾ ਹੈ। ਸੁਨ ਮਾਤਾ ਤੂਸ਼ਨ ਹੋਏ ਰਹੀ, ਇਹ ਗੱਲ ਸੁਣ ਕੇ ਮਾਤਾ ਜੀ ਚੁੱਪ ਹੋ ਗਏ। ਕਿਤਕ ਬਾਰ ਮੈਂ ਸੁਤ ਸਨ ਕਈ, ਤੇ ਕਿਤ ਵਾਰ ਕਈ ਵਾਰੀ ਆਪਣੇ ਪੁੱਤਰ ਨਾਲ ਇਸ ਤਰ੍ਹਾਂ ਬਚਨ ਕਰਦੇ ਰਹੇ। ਭਲੀ ਕਰਨ ਮੈਂ ਹੋਏ ਬੁਰੀ, ਮਾਤਾ ਜੀ ਸੋਚਦੇ ਹਨ ਜਦੋਂ ਮੈਂ ਭਲੀ ਗੱਲ ਕਰਦੀ ਆ ਉਦੋਂ ਹੀ ਬੁਰਾ ਹੁੰਦਾ ਹੈ, ਉਦੋਂ ਹੀ ਮਹਾਰਾਜ ਕਰੜੇ ਬਚਨ ਆਖਦੇ ਹਨ। ਸੁਨੋ ਪੁੱਤਰ ਹਿਰਦੇ ਰਿਸ ਧਰੀ, ਤੇ ਜਦੋਂ ਮੈਂ ਬਚਨ ਨੂੰ ਕਹਿੰਦੀ ਆ ਬੇਟਾ ਮੇਰੇ ਗੱਲ ਸੁਣੋ, ਉਦੋਂ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਪਿਤਾ ਵੀ ਦੇ ਬਚਨ ਵੀ ਟਲ, ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਫਿਰ ਮਾਤਾ ਜੀ ਕਹਿਣ ਲੱਗੇ ਬੇਟਾ ਜੀ ਗੁੱਸੇ ਕਿਉਂ ਕਰਦੇ ਹੋ, ਮੇਰੇ ਬਚਨਾਂ ਨੂੰ ਸੁਣੋ ਤਾਂ ਸਹੀ। ਦੇਨੋ ਥੋਬਰ ਦੀਨੋ ਸਰਾਪ, ਬੇਟਾ ਜੋ ਬਚਨ ਕਰਨਾ ਸੀ ਬਚਨ ਤਾਂ ਕੀਤਾ ਨਹੀਂ, ਉਲਟਾ ਬਚਨ ਹੀ ਕਰਤਾ, ਭਾਵ ਸੁਖ ਵਾਲਾ ਬਚਨ ਕਰਨਾ ਸੀ ਪਰ ਭਾਣੇ ਵਾਲਾ ਬਚਨ ਕਰ ਦਿੱਤਾ। ਜਿਮ ਚੰਦਨ ਕਸਤੇ ਹੋਏ ਤਾਪ, ਜਿਵੇਂ ਕੋਈ ਚੰਦਨ ਨੂੰ ਖਾਲਸਾ ਜੀ ਉਹ ਰਗੜੇ ਨਾ, ਰਗੜ ਨਾਲ ਘਰਸਨ ਨਾਲ ਖਾਲਸਾ ਜੀ ਅੱਗ ਹੀ ਪੈਦਾ ਹੁੰਦੀ ਹੈ। ਸੁਤ ਕੋ ਦਾਵਾ ਕਰ ਮੈਂ ਆਈ, ਤੇ ਇਸ ਤਰ੍ਹਾਂ ਮਾਤਾ ਜੀ ਵਿਚਾਰ ਕਰਦੇ ਬੇਟਾ ਮੈਂ ਤਾਂ ਸੋਚਿਆ ਸੀ ਕਿ ਮੇਰੇ ਬੇਟਾ ਜੀ ਮੇਰੇ ਸਾਹਿਬਜ਼ਾਦੇ ਗੋਬਿੰਦ ਰਾਏ ਸਿੰਘ ਕਲਗੀਧਰ ਪਿਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਤਾਂ ਸਾਰੀ ਸੰਗਤ ਦਾ ਭਲਾ ਕਰਨਗੇ, ਪਰ ਬੇਟਾ ਤੁਸੀਂ ਕਰਦਾ ਭਲਾ ਹੀ ਰਹੇ ਹੋ ਪਰ ਸਾਨੂੰ ਸਮਝ ਨਹੀਂ ਆ ਰਹੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਖਾਲਸਾ ਜੀ ਕਈ ਵਾਰੀ ਅਸੀਂ ਆਪਣੇ ਮਤਲਬ ਦੇ ਵਚਨ ਸਮਝ ਲੈਂਦੇ ਆ, ਪਰ ਜਿਵੇਂ ਪਾਤਸ਼ਾਹ ਦਾ ਅਟਲ ਹੁਕਮ ਹੈ ਨਾ, ਔਖੀਆਂ ਘਾਟੀਆਂ ਵਿੱਚੋਂ ਨਿਕਲਣਾ, ਫਾਕੇ ਸਹਿਣ ਕਰਨੇ, ਮਾਛੀਵਾੜ ਦੇ ਜੰਗਲਾਂ ਵਿੱਚ ਖਾਲਸਾ ਟਿੰਡ ਦਾ ਸਰਾਣਾ ਕਰਕੇ ਸੌਣਾ, ਇਹ ਕਰੜੇ ਬਚਨ ਪਾਤਸ਼ਾਹ ਦੇ, ਇਹ ਔਖੀਆਂ ਘਾਟੀਆਂ ਹਨ। ਪਰ ਉੱਥੇ ਵੀ ਪਾਤਸ਼ਾਹ ਜੀ ਕੀ ਕਹਿੰਦੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਹ ਹੈ ਅਸਲ ਬੰਦਗੀ। ਤਾਂ ਹੀ ਪਾਤਸ਼ਾਹ ਜੀ ਦੇ ਮਾਤਾ ਜੀ ਵਿਚਾਰ ਕਰਦੇ, ਪਾਤਸ਼ਾਹ ਜੀ ਵੀ ਸਾਡੀ ਸਮਝ ਵਿੱਚ ਨਹੀਂ ਆਉਂਦੇ ਤੁਸੀਂ ਕਿਹੜੇ ਕਿਹੜੇ ਬਚਨ ਕਹਿ ਰਹੇ ਹੋ, ਪਰ ਜਦੋਂ ਅਸੀਂ ਤੁਹਾਡੇ ਕੋਲ ਆਉਨੇ ਹਾਂ ਕੋਈ ਸੁਖ ਵਾਲੇ ਬਚਨ ਲੈ ਕੇ, ਪਰ ਤੁਸੀਂ ਅੱਗੋਂ ਭਾਣੇ ਵਾਲੇ ਬਚਨ ਕਹਿ ਦਿੰਦੇ ਹੋ। ਬਖਸ਼ ਦਿਓ ਸਭ ਕੋ ਵਡਿਆਈ, ਤੁਸੀਂ ਬਖਸ਼ੋ ਸਾਨੂੰ, ਸਭ ਨੂੰ ਵਡਿਆਈ ਬਖਸ਼ੋ, ਸਾਡੇ ਸਭ ਦੇ ਦੁੱਖ ਦੂਰ ਕਰੋ, ਸਭ ਦੀ ਖਤਾ ਬਖਸ਼ਿਸ਼ ਕਰੋ ਜੀ। ਸਿੱਖ ਸੇਵਕ ਤੁਮਰੋ ਪਰਵਾਰੂ, ਤੇ ਜਿਹੜੇ ਸਿੱਖ ਸੰਗਤਾਂ ਹਨ ਤੁਹਾਡਾ ਪਰਿਵਾਰ ਹੈ, ਤੁਹਾਡੇ ਬੱਚੇ ਹਨ, ਇਹ ਖਾਲਸਾ ਪੰਥ ਇਹ ਤੁਹਾਡਾ ਪੰਥ ਹੈ। ਕਈਏ ਜਿਮ ਪ੍ਰਾਪਤ ਸੁਖ ਭਾਰੂ, ਤੇ ਤੁਸੀਂ ਜਿਵੇਂ ਕਹੋਗੇ ਉਵੇਂ ਇਹਨਾਂ ਨੂੰ ਸੁਖ ਮਿਲੇਗਾ। ਹੁਣ ਇਸ ਤਰ੍ਹਾਂ ਦੇ ਬਚਨ ਆਖੋ ਬੇਟਾ ਜੀ ਕਿ ਜਿਵੇਂ ਖਾਲਸੇ ਨੂੰ ਸੁਖ ਮਿਲੇ। ਗੁਰ ਬੋਲੇ ਸੁਨ ਮਾਤ ਮਹਾਹਿਤ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਫਿਰ ਫਰਮਾਨ ਕਰਨ ਲੱਗੇ, ਸੁਣੋ ਮਾਤਾ ਜੀ ਇਹ ਬਚਨ ਸਭ ਦੇ ਭਲੇ ਲਈ ਹਨ। ਕਰੋ ਖਾਲਸੇ ਕੋ ਤੁਮ ਸਾਬਿਤ, ਤੇ ਤੁਸੀਂ ਖਾਲਸੇ ਨੂੰ ਸਾਬਿਤ, ਬਿਤ ਕਹਿੰਦੇ ਧਨ ਵਾਲਾ, ਖਾਲਸੇ ਨੂੰ ਤੁਸੀਂ ਧਨ ਵਾਲਾ ਬਣਾ ਦਿਓ। ਰਹਿਤ ਕਹਿਤ ਕੇ ਸਹਿਤ ਆਚਾਰੀ, ਤੇ ਗੁਰੂ ਕਾ ਖਾਲਸਾ ਪੰਥ ਤੁਸੀਂ ਆਖਿਆ ਨਾ ਵੀ ਖਾਲਸਾ ਧਨ ਵਾਲਾ ਬਣੇਗਾ, ਤੇ ਖਾਲਸੇ ਦਾ ਧਨ ਕੀ ਹੋਵੇਗਾ? ਰਹਿਤ, ਰਹਿਣੀ ਰਹਿਣ ਵਾਲਾ, ਜੋ ਰਹਿਣੀ ਰਹਿਣ ਵੀ ਤਤਪਰ ਰਹੇਗਾ, ਖਾਲਸੇ ਦਾ ਹੀ ਧਨ ਹੋਵੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਖਾਲਸੇ ਦੀ ਬੰਦਗੀ, ਖਾਲਸੇ ਦਾ ਕਿਰਦਾਰ, ਖਾਲਸੇ ਕੋਲ ਇਹੀ ਧਨ ਹੈ। ਖਾਲਸੇ ਕੋਲ ਨਾਮ ਧਨ ਹੈ, ਇਹੋ ਧਨ ਅਖੁੱਟ ਨਾ ਨਿਖੁੱਟੈ,
ਨਾ ਜਾਏ। ਐਸਾ ਖਾਲਸਾ ਪੰਥ ਰਹਿਣੀ ਰਹਿਤ ਦਾ ਧਾਰਨੀ ਹੋਵੇਗਾ, ਤਿਆਰ ਬਰ ਤਿਆਰ ਹੋਵੇਗਾ। बीच खालसे जोत ਤੇ हमारी। ਸਾਡੀ ਜੋਤ ਖਾਲਸੇ ਵਿੱਚ ਹੈ। ਜਿਵੇਂ ਸਾਗਰ ਅਤੇ ਬੂੰਦ ਇੱਕ ਰੂਪ ਹੁੰਦੇ ਨਾ, ਇਸੇ ਤਰ੍ਹਾਂ ਅਸੀਂ ਤੇ ਖਾਲਸਾ ਪੰਥ ਇੱਕੋ ਜੋਤ ਹਾਂ। ਸਾਡੇ ਵਿੱਚ ਤੇ ਖਾਲਸੇ 'ਚ ਕੋਈ ਫਰਕ ਨਹੀਂ। भलो खालसा ही सब करे। ਤੇ ਸਭ ਕੁਝ ਖਾਲਸਾ ਹੀ ਕਲਾਵਰਨਾ ਹੈ। ਸਭ ਦਾ ਭਲਾ ਇਹ ਖਾਲਸੇ ਨੇ ਕਰਨਾ ਹੈ। ਇਹ ਖਾਲਸਾ ਹੋਵੇ ਖੁਦ ਖੁਦਾ, ਜਿਮ ਖੂਬੀ ਖੂਬ ਖੁਦਾਏ। ਇਹ ਖਾਲਸਾ ਖੁਦ ਖੁਦਾ ਹੈ। ਜਿਤਨੀਆਂ ਖੂਬੀਆਂ ਖੁਦਾ ਵਿੱਚ ਹਨ, ਉਤਨੀਆਂ ਖੂਬੀਆਂ ਖਾਲਸੇ ਵਿੱਚ ਹਨ। ਮਾਤਾ ਜੀ ਇਹ ਖਾਲਸਾ सब कुछ है। जगत राज जिनके अनुसार है। दुनिया का राज इन्हें अनुसार है। ये खालसा कवे एक खिन विच राज हो जावे, पर खालसा फिर भी भाने विच रहिंदा है। खालसा फिर भी औखियां घाटियां चों निकलदा है। खालसा फिर भी दुख सहन करके कहंदा महाराज तेरा किया मीठा लागे। ਇਹ ਖਾਲਸੇ ਦਾ ਪ੍ਰਣ ਹੈ। इम सुन कर जननी तब गई। ਇਹ ਬਚਨ ਸੁਣ ਕੇ ਮਾਤਾ ਜੀ ਉਤੋਂ ਉੱਠ ਕੇ ਬਾਹਰ ਆ ਗਏ। पश्चाताप करत चित पई। ਤੇ ਮਾਤਾ ਜੀ ਆਪਣੇ ਮਨ 'ਚ ਵਿਚਾਰ ਕਰਦੇ ਕਿ ਸਤਿਗੁਰੂ ਪਾਤਸ਼ਾਹ ਦੇ ਬਚਨ ਸਾਡੀ ਸਮਝ ਵਿੱਚ ਨਹੀਂ ਆਣੇ। बैठी जाए कितक सिख आए। ਜਿੱਥੇ ਮਾਤਾ ਜੀ ਬੈਠੇ ਸਨ ਉੱਥੇ ਕੁਝ ਸੰਗਤਾਂ ਵੀ ਹੋਰ ਆ ਗਈਆਂ। जिम बीती तिम बात चलाए। ਜਿਵੇਂ ਜਿਵੇਂ ਬਚਨ ਹੋਏ ਮਾਤਾ ਜੀ ਦੇ ਵਿੱਚ ਅਤੇ ਗੁਰੂ ਮਹਾਰਾਜ ਦੇ ਵਿੱਚ, ਉਵੇਂ ਉਵੇਂ ਬਚਨ ਚੱਲੇ ਗਏ। कठन स्वभाव मसंदन कयो। ਗੁਰਸਿੱਖੇ ਪਿਆਰੇ ਗੁਰੂ ਕਹਿਣ ਲੱਗੇ, ਗੁਰਸਿੱਖ ਮਾਤਾ ਜੀ ਦੱਸੋ ਕਿਵੇਂ ਕਿਵੇਂ ਬਚਨ ਹੋਏ। ਮਸੰਦ ਵੀ ਕਹਿਣ ਲੱਗੇ ਮਹਾਰਾਤਾ ਜੀ ਦੇਖੋ ਅੱਜ ਬੜੇ ਕਰੜੇ ਬਚਨ ਹੋਏ ਸਨ। जिनके मोह लेश न लयो। ਜਿਨ੍ਹਾਂ ਦੇ ਮਨ ਵਿੱਚ ਲੇਸ਼ ਮਾਤਰ ਵੀ ਮੋਹ ਨਹੀਂ। ਦੇਖੋ ਤੁਹਾਡੇ ਪ੍ਰਤੀ ਵੀ ਇਹਨਾਂ ਦੇ ਮਨ ਵਿੱਚ ਮੋਹ ਨਹੀਂ। ਕਿਉਂ? ਇਹ ਪਰਮੇਸ਼ਰ ਹਨ ਤੇ ਪਰਮੇਸ਼ਰ ਦੇ ਮਨ ਵਿੱਚ ਮੋਹ ਸਭ ਲਈ ਬਰਾਬਰ ਹੁੰਦਾ ਹੈ। ਉਹ ਪ੍ਰੇਮ ਸਰੂਪ ਹਨ। ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੋਹ ਤੋਂ ਰਹਿਤ ਪ੍ਰੇਮ ਸਰੂਪ ਹਨ। करे बचन सो जात न खाली। ਤੇ ਉਹਨਾਂ ਦੇ ਬਚਨ ਜਿਹੜੇ ਇੱਕ ਵਾਰੀ ਮਹਾਰਾਜ ਆਪਣੀ ਜ਼ੁਬਾਨ ਤੋਂ ਕਹਿ ਦੇਣ ਨਾ, ਉਹ ਖਾਲੀ ਨਹੀਂ ਜਾਂਦੇ। ਇੱਕ ਸਾਧ ਬਚਨ ਅਟਲਾਦਾ ਅਟਲ ਬਚਨ ਗੁਰੂ ਮਹਾਰਾਜ ਦੇ ਹਨ। तत छिन फले सुख के दुख नाली। ਭਾਵੇਂ ਬਚਨ ਸੁਖ ਵਾਲੇ ਹੋਣ, ਭਾਵੇਂ ਬਚਨ ਦੁੱਖ ਵਾਲੇ ਹੋਣ, ਉਸੇ ਵੇਲੇ ਪ੍ਰਫੁੱਲਿਤ ਹੁੰਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਲਗੀਧਰ ਪਿਤਾ ਜੀ ਦੇ ਬਚਨ ਭਾਵੇਂ ਕਿਸੇ ਲਈ ਸੁਖਦਾਈ ਹੋਣ, ਕਿਸੇ ਲਈ ਸੁਖਦਾਈ, ਪਰ ਉਹਨਾਂ ਦੇ ਬਚਨ ਤਾਂ ਰੱਬ ਦੇ ਭਾਣੇ ਵਿੱਚੋਂ ਹੀ ਬਾਹਰ ਆਉਂਦੇ ਹਨ। ਵਿਪਰੈ ਕੈ ਸ਼ਕਤ ਕਿਸ ਮਾਈ। ਇਹ ਐਸਾ ਬੰਦਾ ਕਿਹੜਾ ਸ਼ਕਤੀਸ਼ਾਲੀ ਹੈ, ਕਿਹੜਾ ਬਲਵਾਨ ਹੈ ਜਿਹੜਾ ਉਹਨਾਂ ਦੇ ਉਲਟ ਬਚਨ ਕੋਈ ਕਹਿ ਸਕੇ। ਨਹੀਂ ਮਹਾਰਾਜ ਇਹ ਨਹੀਂ, ਇਹ ਆਖੋ ਕਿਸੇ ਵਿੱਚ ਇਤਨੀ ਸ਼ਕਤੀ ਨਹੀਂ ਜਿਹੜਾ ਪਾਤਸ਼ਾਹ ਦੇ ਸਾਹਮਣੇ ਕੁਝ ਬੋਲ ਸਕੇ। ਬੋਲੇ ਸਮੁਖ ਅਧਿਕ ਡਰ ਪਾਈ। ਜਿਹੜਾ ਬੋਲੇਗਾ ਉਹਨੂੰ ਆਪ ਵੀ ਡਰ ਲੱਗਦਾ ਹੈ। ਇਸ ਕਰਕੇ ਮਾਤਾ ਜੀ ਅਸੀਂ ਨਹੀਂ ਬੋਲ ਸਕਦੇ ਪਾਤਸ਼ਾਹ ਦੇ ਸਾਹਮਣੇ, ਅਸੀਂ ਡਰਦੇ ਹਾਂ। ਕਹਿਬੇ ਕੋ ਤੁਮ ਉਚਿਤ ਵਿਸਾਲੇ। ਤੁਸੀਂ ਆਖਿਆ ਹੀ ਸੀ ਆਪਣੇ ਸਾਹਿਬਜ਼ਾਦੇ ਨੂੰ, ਤੁਸੀਂ ਤਾਂ ਉਚਿਤ ਰੂਪ ਵਿੱਚ ਆਖਿਆ ਸੀ। ਤਉ ਸਰਾਪ ਪਾ ਰਿਸੇ ਕੋ ਡਾਲੇ। ਫਿਰ ਵੀ ਦੇਖੋ ਕੈਸੇ ਕਰੜੇ ਬਚਨ ਹੋਏ। ਜੋ ਅਟਲ ਹੁਕਮ ਹੋਣਾ ਸੀ ਉਹੀ ਬਚਨ ਹੋ ਗਏ। ਸ਼੍ਰੀ ਗੁਜਰੀ ਤਵ ਸਭਨ ਸੁਨਾਏ। ਤੇ ਉਸ ਵੇਲੇ ਮਾਤਾ ਗੁਜਰੀ ਜੀ ਨੇ ਸਭਨਾਂ ਨੂੰ ਇੱਕ ਗੱਲ ਸੁਣਾਈ ਹੈ। ਅਲਪ ਬੈਸ ਤੇ ਜੇ ਜਿੱਦ ਪਾਏ। ਮਾਤਾ ਜੀ ਕਹਿਣ ਲੱਗੇ ਸੁਣੋ ਸਿੰਘੋ, ਸੁਣੋ ਗੁਰੂ ਕੇ ਪਿਆਰਿਓ, ਇਹ ਮੇਰਾ ਸਾਹਿਬਜ਼ਾਦਾ ਗੁਰੂ ਗੋਬਿੰਦ ਸਿੰਘ ਜੀ ਇਹ ਬਚਪਨ ਤੋਂ ਹੀ ਕਰੜੇ ਸੁਭਾਅ ਵਾਲੇ ਹਨ। ਇੱਕ ਦਿਨ ਜਲ ਕ੍ਰੀੜਾ ਕੋ ਕਰੇ। ਇੱਕ ਦਿਨ ਇਹ ਜਲ ਵਿੱਚ ਕ੍ਰੀੜਾ ਕਰ ਰਹੇ ਸਨ, ਭਾਵ ਪਾਣੀ ਵਿੱਚ ਖੇਡ ਰਹੇ ਸਨ। ਛੀਟਨ ਦੇਤ ਪਰਸ ਪਰ ਫਿਰੇ। ਦੋ ਟੋਲੀਆਂ ਬਣਾ ਬਣਾ ਕੇ ਇੱਕ ਪਾਸੇ ਇੱਕ ਟੋਲੀ, ਦੂਜੇ ਪਾਸੇ ਦੂਜੀ ਟੋਲੀ,
ਤੇ ਨਦੀ ਵਿੱਚ ਇੱਕ ਦੂਜੇ ਉੱਤੇ ਪਾਣੀ ਦੀ ਛਿੱਟਾ ਮਾਰ ਰਹੇ ਸਨ। ਰਾਏ ਗੁਲਾਬ ਸ਼ਿਆਮ ਸਿੰਘ ਆਦ ਤੇ ਗੁਲਾਬ ਰਾਏ ਅਤੇ ਸ਼ਾਮ ਸਿੰਘ ਆਦਿਕ ਬੱਚੇ ਇਹਨਾਂ ਨਾਲ ਖੇਡ ਰਹੇ ਸਨ। ਬਾਲਕ ਬੈ ਖੇਲੇ ਐਲਾਦ ਤੇ ਜਿਹੜੇ ਬਚਪਨ ਦੀ ਉਮਰ ਵਿੱਚ ਇਹ ਖੇਡ ਖੇਡੇ ਇਹਨਾਂ ਨੇ, ਉਹਨਾਂ ਵਿੱਚ ਗੁਲਾਬ ਰਾਏ ਤੇ ਸ਼ਾਮ ਰਾਏ ਵੀ ਸੀ। ਇਹ ਜਿਹੜੇ ਖਾਲਸਾ ਜੀਓ ਸ੍ਰੀ ਕੀਰਤਪੁਰ ਸਾਹਿਬ ਨਿਵਾਸ ਕਰਦੇ ਸੀ ਤੇ ਉਦੋਂ ਮਹਾਰਾਜ ਸਤਲੁਜ ਦਰਿਆ ਦੇ ਵਿੱਚ ਨਦੀ ਵਿੱਚ ਮਹਾਰਾਜ ਜੀ ਇਹ ਕੌਤਕ ਕਰਦੇ ਸਨ। ਜਰੇ ਜਵਾਹਰ ਜਾਹਰ ਜੋਤ ਤੇ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗਹਿਣੇ ਪਾਏ, ਹੱਥ ਵਿੱਚ ਕੜਾ ਪਾਇਆ ਹੋਇਆ ਹੈ, ਉਸ ਕੜੇ ਵਿੱਚ ਹੀਰੇ ਮੋਤੀ ਜੜੇ ਹੋਏ ਸਨ। ਬੋ ਮੋਲੇ ਕੰਕਨ ਕਰ ਹੋਤ ਬਹੁਤ ਕੀਮਤੀ ਸੋਨੇ ਦੇ ਕੜੇ ਜਿਸ ਵਿੱਚ ਹੀਰੇ ਮੋਤੀ ਜੜੇ ਹੋਏ ਮਹਾਰਾਜ ਜੀ ਨੂੰ ਧਾਰਨ ਕੀਤੇ ਹੋਏ ਸਨ। ਜਲ ਮੈਂ ਏਕ ਕਟਕ ਗਿਰ ਪਰਿਓ ਤੇ ਖੇਡਦੇ ਖੇਡਦੇ ਇੱਕ ਕੜਾ ਪਾਣੀ ਵਿੱਚ ਡਿੱਗ ਪਿਆ। ਨਹੀਂ ਨਿਹਾਰ ਸੰਭਾਰਨ ਕਰਿਓ ਤੇ ਸਤਿਗੁਰੂ ਮਹਾਰਾਜ ਤਾਂ ਖੇਲ ਦੇ ਆਨੰਦ ਵਿੱਚ ਮਹਾਰਾਜ ਰੁੱਝੇ ਹੋਏ ਸਨ ਤੇ ਮਹਾਰਾਜ ਜੀ ਨੇ ਆਪਣਾ ਕੜਾ ਨਹੀਂ ਸਾਂਭਿਆ। ਸ਼ੁਸ਼ਕ ਬਸਤਰ ਪਹਿਰੇ ਤਬ ਹੀਰਿਓ ਜਦੋਂ ਖੇਡ ਕੇ ਬਾਹਰ ਆਏ, ਕੱਪੜੇ ਬਦਲੇ, ਕੱਪੜੇ ਸੁੱਕੇ ਪਾਏ ਮਹਾਰਾਜ ਜੀ ਨੇ। ਦਾਸਨ ਕਿਓ ਕੜਾ ਜਲ ਗੇਰਿਓ ਉਦੋਂ ਵੇਖਿਆ ਵੀ ਕੜਾ ਕਿੱਥੇ, ਕੜਾ ਤੇ ਹੈ ਹੀ ਨਹੀਂ। ਦਾਸਾਂ ਨੇ ਆਖਿਆ, ਦੱਸਿਆ ਮਾਤਾ ਜੀ ਇਹ ਤੁਹਾਡੇ ਸਾਹਿਬਜ਼ਾਦੇ ਆਪਣਾ ਕੜਾ ਜਲ ਵਿੱਚ ਗੇਰ ਆਏ ਹਨ। ਗਿਨਿਓ ਨਾ ਕੁਛ ਆਏ ਟਿਗ ਮੇਰੇ ਤੇ ਕੁਛ ਨਹੀਂ ਗਿਣਿਆ, ਕੁਛ ਵਿਚਾਰ ਨੇ ਕੀਤੀ, ਸਾਡੇ ਕੋਲ ਆ ਗਏ। ਪੂਜਨ ਕਰੇ ਹੱਥ ਜਬ ਹੀਰੇ ਜਦੋਂ ਅਸੀਂ ਵੇਖਿਆ, ਹੱਥ ਵੇਖਿਆ ਆਪਣੇ ਸਾਹਿਬਜ਼ਾਦੇ ਦਾ, ਪੁੱਛਿਆ ਬੇਟਾ ਕੜਾ ਕਿੱਥੇ ਹੈ? ਇਸ ਕਰ ਬਹੁਤ ਭਾਂਤ ਸਮਝਾਏ ਮੈਂ ਤਾਂ ਗੁੱਸੇ ਵਿੱਚ ਆ ਕੇ ਸਮਝਾਇਆ ਕਈ ਤਰੀਕੇ ਨਾਲ, ਦੱਸ ਬੇਟਾ ਕੜਾ ਕਿੱਥੇ ਹੈ? ਸਭ ਕੋਲੇ ਸਲਤਾ ਟਿਗ ਆਏ ਤੇ ਸਾਨੂੰ ਸਭਨਾਂ ਨੂੰ ਲੈ ਕੇ ਗੋਬਿੰਦ ਰਾਏ ਜੀ ਸਤਲੁਜ ਨਦੀ ਦੇ ਕੰਢੇ ਤੇ ਆ ਗਏ। ਖੁਜਵਾਏ ਬਹੁ ਜਲ ਕੇ ਮਾਈ ਤੇ ਉਥੇ ਨਦੀ 'ਚ ਖੁਜਵਾਇਆ, ਲਭਵਾਇਆ ਗੋਤੇਖੋਰਾਂ ਤੋਂ ਵੀ ਲੱਭੀਏ, ਇੱਥੇ ਕੜਾ ਹੈ, ਉੱਥੇ ਕੜਾ ਹੈ। ਦੇਖ ਰਿਓ ਪਾਇਓ ਕਿਤਨਾਈ ਸਭਨਾਂ ਨੇ ਕੜਾ ਲੱਭਿਆ ਪਰ ਕਿਸੇ ਨੂੰ ਕੜਾ ਨਹੀਂ ਪ੍ਰਾਪਤ ਹੋਇਆ। ਮੈਂ ਕਰ ਕੋਪ ਕਇਓ ਟਿਗਤਾ ਤੇ ਉਸ ਵੇਲੇ ਮੈਂ ਆਪਣੇ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਨੂੰ ਗੁੱਸੇ 'ਚ ਆ ਕੇ ਆਖਿਆ, ਦੱਸ ਬੇਟਾ ਕੜਾ ਕਿੱਥੇ ਹੈ? ਦੱਸਦਾ ਕਿਉਂ ਨਹੀਂ, ਬੋਲਦਾ ਕਿਉਂ ਨਹੀਂ? ਕਿਉਂ ਨਾ ਬਤਾਵਤ ਗੇਰਿਓ ਕਹਾਂ ਤੁਸੀਂ ਕਿਉਂ ਨਹੀਂ ਦੱਸਦੇ ਤੁਸੀਂ ਕੜਾ ਕਿੱਥੇ ਗੇਰਿਆ ਹੈ? ਦੁਰਲਭ ਵਸਤ ਦਰਬ ਬਹੁ ਕੇਰੀ ਬੇਟਾ ਇਹ ਬੜੀ ਦੁਰਲਭ ਵਸਤੂ ਹੈ, ਬਹੁਤ ਧਨ ਖਰਚ ਕੇ ਕੜਾ ਬਣਵਾਇਆ ਬਿਨ ਹੈ। ਸੰਭਾਰ ਨੀਰ ਮੈਂ ਗੇਰੀ ਤੁਸੀਂ ਸਾਹਮਣੇ ਕੀਤੀ ਕੜੇ ਦੀ ਤੇ ਬਿਨਾਂ ਸੰਭਾਲ ਤੋਂ ਇਹਨੂੰ ਪਾਣੀ ਵਿੱਚ ਗੇਰ ਛੱਡਿਆ ਹੈ। ਇੱਕ ਤੋਂ ਪ੍ਰਥਮ ਸੰਭਾਰ ਨ ਕਰੀ ਬੇਟਾ ਤੁਹਾਡੀ ਗਲਤੀ ਇਹ ਹੈ, ਆਪ ਜੀ ਨੇ ਪਹਿਲਾਂ ਕੜਾ ਨਹੀਂ ਸਾਂਭਿਆ। ਦੂਜੇ ਅਬ ਤੂਸ਼ਨ ਮੁਖ ਤੇ ਧਰੀ ਦੂਜੀ ਤੁਹਾਡੀ ਗਲਤੀ ਇਹ ਹੈ, ਤੁਸੀਂ ਚੁੱਪਚਾਪ ਇੱਥੇ ਖੜੇ ਹੋ, ਬੋਲਦੇ ਕਿਉਂ ਨਹੀਂ? ਇਹ ਤੁਹਾਡੀ ਦੂਜੀ ਗਲਤੀ ਹੈ। ਧਨ ਵਿਸਾਲ ਕੋ ਬਾਦੇ ਖੋਵਾ ਬੇਟਾ ਬਹੁਤ ਧਨ ਲਗਾ ਕੇ ਕੜਾ ਬਣਵਾਇਆ ਸੀ ਤੇ ਤੁਸੀਂ ਐਵੇਂ ਹੀ ਬੇਫਜ਼ੂਲ ਇਹਨੂੰ ਗਵਾ ਛੱਡਿਆ ਹੈ। ਮਹਾ ਬੁੱਧ ਤੁਮਰੀ ਕੋ ਹੋਵਾ ਬੇਟਾ ਤੁਹਾਡੀ ਬੁੱਧੀ ਨੂੰ ਕੀ ਹੋ ਗਿਆ ਹੈ? ਇਤਿਆਦਿਕ ਕਰ ਕੋਪ ਮਾਨਾ ਇਤਿਆਦਿਕ ਜਦੋਂ ਮੈਂ ਗੁੱਸੇ ਵਿੱਚ ਆ ਕੇ ਗੋਬਿੰਦ ਰਾਏ ਜੀ ਨੂੰ ਬਚਨ ਆਖੇ ਕਰੀ ਮੌਨ ਰਿਸ ਕੈ ਸੁਨ ਕਾਨਾ ਤੇ ਗੋਬਿੰਦ ਰਾਏ ਜੀ ਉਸ ਵੇਲੇ ਚੁੱਪ ਹੋ ਗਏ ਤੇ ਚੁੱਪ ਹੋ ਗਏ, ਥੋੜੇ ਵੀਰ ਰਸ ਵਿੱਚ ਆਏ। ਦੂਜੋ ਕੰਕਨ ਹੱਥ ਮਜਾਰਾ ਜਿਹੜਾ ਦੂਜਾ ਕੜਾ ਆਪਣੇ ਹੱਥ ਵਿੱਚ ਪਾਇਆ ਹੋਇਆ ਸੀ ਇਹਨਾਂ ਨੇ, ਸਭ ਕੇ ਦੇਖਤ ਤੁਰਤੇ ਉਤਾਰਾ ਸਭ ਦੇ ਵੇਖਦਿਆਂ ਉਸੇ ਵੇਲੇ ਕੜਾ ਉਤਾਰਿਆ। ਕਰ ਬਲ ਬਾਹਨ ਦੂਰ ਬਗਾਇਓ ਬਾਹਾਂ ਦਾ ਬਲ ਕਰਕੇ ਆਖਿਆ, ਮਾਤਾ ਇੱਥੇ ਕੜਾ ਗਿਰਿਆ ਹੈ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਜਦੋਂ ਪਹਿਲਾ ਕੜਾ ਜਿੱਥੇ ਗਿਰਿਆ ਸੀ ਖਾਲਸਾ ਜੀਓ, ਫਿਰ ਪਾਤਸ਼ਾਹ ਨੇ ਖਾਲਸਾ ਦੂਜਾ ਕੜਾ ਚੱਕਿਆ, ਆਪਣੇ ਲਾਇਆ ਬਾਹ ਵਿੱਚੋਂ ਤੇ ਬਾਹ ਵਿੱਚੋਂ ਲਾ ਕੇ ਮਹਾਰਾਜ ਕਹਿਣ ਲੱਗੇ, ਮਾਤਾ ਜੀ ਇਹ ਲੋ ਕੜਾ, ਇਹ ਦੂਜਾ ਕੜਾ ਵੀ ਉੱਥੇ ਹੀ ਜਾ ਰਿਹਾ ਹੈ,
ਤੇ ਇੱਥੇ ਕੜਾ ਗਿਰਿਆ ਹੈ। ਤਦਰਵ ਕੇ ਪ੍ਰਵਾਹ ਮੈਂ ਪਾਇਓ। ਤੇ ਸਤਲੁਜ ਦਰਿਆ ਦੇ ਵਿੱਚ ਜਿਹੜਾ ਪ੍ਰਵਾਹ ਬੜਾ ਤੇਜ਼ ਵਗਦਾ ਸੀ, ਉੱਥੇ ਦੂਜਾ ਕੜਾ ਗਿਰਿਆ। ਸਕਲ ਬਿਲੋਕਤ ਬਹੁ ਬਿਸਮਾਏ। ਤੇ ਸਾਰੀ ਸੰਗਤਾਂ, ਸਾਰੇ ਗੁਰੂ ਕੇ ਪਿਆਰੇ ਇਹ ਕੌਤਕ ਵੇਖ ਕੇ ਬੜੇ ਹੈਰਾਨ ਹੋਏ। ਕਹਾਂ ਕੀਨ ਕਟ ਦੁਤੀ ਬਗਾਏ। ਤੇ ਕੀ ਭਾਣਾ ਵਰਤਾਇਆ, ਦੂਜਾ ਘੜਾ ਵੀ ਇੱਥੇ ਗੇਰ ਛੱਡਿਆ। ਕਈ ਹਜ਼ਾਰਨ ਤੇਜੇ ਬਨੇ। ਜਿਹੜਾ ਕੜਾ ਕਈ ਹਜ਼ਾਰਾਂ ਕਰਕੇ ਬਣਿਆ ਸੀ, ਸੋ ਵਿਰਾਟ ਕਾ ਸਮ ਮਨ ਗਨੇ। ਉਹ ਤਾਂ ਕੌਡੀ ਸਮਾਨ ਜਾਣਿਆ ਇਹਨਾਂ ਨੇ। ਇਹਨਾਂ ਲਈ ਸੋਨਾ ਤੇ ਮਿੱਟੀ ਬਰਾਬਰ ਹਨ। ਇਹ ਕਿਸੇ ਦੀ ਪਰਵਾਹ ਨਹੀਂ ਕਰਦੇ। ਖਾਲਸਾ ਜੀ ਕਈ ਵਿਦਵਾਨ ਇਹ ਵੀ ਜ਼ਿਕਰ ਕਰਦੇ, ਇਹ ਜਿਹੜੀ ਵਾਰਤਾ ਸ੍ਰੀ ਪਟਨਾ ਸਾਹਿਬ ਜਦੋਂ ਪਾਤਸ਼ਾਹ ਗੰਗਾ ਵਿੱਚ ਖੇਡਦੇ ਸਨ, ਉੱਥੇ ਭਾਣਾ ਵਾਪਰਿਆ। ਤੇ ਕਵੀ ਸੰਤੋਖ ਸਿੰਘ ਨੇ ਇੱਥੇ ਜ਼ਿਕਰ ਕੀਤਾ, ਭਾਵ ਕਹਿਣ ਦਾ ਕਿ ਮਹਾਰਾਜ ਲਈ ਸੋਨਾ ਮਿੱਟੀ ਬਰਾਬਰ ਹੈ। ਉਹ ਕਿਸੇ ਸੋਨੇ ਨੂੰ ਬਹੁਤਾ ਮੋਹ ਨਹੀਂ ਕਰਦੇ, ਮਿੱਟੀ ਨੂੰ ਵੀ ਬਰਾਬਰ ਸਮਝਦੇ ਹਨ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਐਸੀ ਅਵਸਥਾ ਵਾਲੇ ਹਨ ਜਿਨ੍ਹਾਂ ਲਈ ਸੋਨਾ ਹੀਰੇ ਮੋਤੀ ਜੜੇ ਹੋਏ ਉਹ ਵੀ ਕੌਡੀਆਂ ਵਾਂਗ ਹਨ। ਕਰੇ ਉਪਾਏ ਨਾ ਪਾਇਓ ਕੋਈ। ਤੇ ਬਹੁਤ ਉਪਾਅ ਕੀਤੇ ਪਰ ਕਿਸੇ ਨੂੰ ਕੜਾ ਨਹੀਂ ਪ੍ਰਾਪਤ ਹੋਇਆ। ਅਲਪ ਬੈਸ ਮੈਂ ਅਸਬੁੱਧ ਜੋਈ। ਤੇ ਛੋਟੀ ਉਮਰ ਵਿੱਚ ਵੀ ਇਹਨਾਂ ਦੀ ਐਸੀ ਅਵਸਥਾ ਸੀ। ਅਵਸਥਾ ਦੀ ਗੱਲ ਹੈ ਖਾਲਸਾ ਜੀ। ਜਿਹੜੇ ਰੱਬ ਦੇ ਹੁਕਮ ਅਨੁਸਾਰ ਸਾਰੇ ਭਾਣੇ ਵਰਤਾਣ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ। ਸਦਾ ਸੁਭਾਉ ਰਿਓ ਇਸ ਬਿਦ ਕੋ। ਇਹ ਗੁਰੂ ਖਾਲਸਾ ਜੀਓ, ਇਹ ਸੁਭਾਵ ਰਿਹਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਜੋ ਬਚਨ ਕਹਿਣਾ ਮੁਖ ਤੇ ਕਹਿ ਦੇਣਾ। ਜਿਹੜਾ ਰੱਬ ਦੇ ਹੁਕਮ ਵਿੱਚ ਬਚਨ ਅੰਦਰੋਂ ਆਣਾ ਨਾ, ਉਹ ਉਸੇ ਵੇਲੇ ਪਾਤਸ਼ਾਹ ਜੀ ਉਚਾਰਨ ਕਰ ਦਿੰਦੇ ਸਨ। ਧਨ ਸੰਚਨ ਕੀ ਰਖੇ ਨਾ ਸੁਧ ਕੋ। ਇਹਨਾਂ ਦੇ ਮਨ ਵਿੱਚ ਪੈਸਾ ਇਕੱਠਾ ਕਰਨ ਦੀ ਕੋਈ ਸੁਰਤੀ ਹੈ ਹੀ ਨਹੀਂ, ਕੋਈ ਮੋਹ ਹੈ ਹੀ ਨਹੀਂ ਕਿ ਪੈਸਾ ਨਹੀਂ ਇਕੱਠਾ ਕਰਨਾ। ਬਸ ਇਹਨਾਂ ਦੇ ਮਨ ਵਿੱਚ ਇਹ ਸੀ ਵੀ ਖਾਲਸਾ ਐਸਾ ਪ੍ਰਗਟ ਕਰਨਾ ਹੈ ਜਿਹੜਾ ਪੈਸੇ ਦਾ ਖਜ਼ਾਨਾ ਹੋਵੇਗਾ। ਖਾਲਸੇ ਦੇ ਬਚਨ ਹੀ ਧਨ ਦੇ ਅਵਾਰ ਹਨ। ਇਹਨਾਂ ਨੇ ਐਸਾ ਖਾਲਸਾ ਸਾਜਿਆ ਹੈ ਰਹਿਣੀ ਰਹਿਤ ਵਾਲਾ। ਅਬ ਕਿਆ ਕੀਨ ਮਸੰਦ ਹਟਾਏ। ਦੇਖੋ ਪੈਸੇ ਦਾ ਮੋਹ ਤਾਂ ਇਹਨਾਂ ਦੇ ਮਨ ਵਿੱਚ ਹੈ ਹੀ ਨਹੀਂ। ਦੇਖੋ ਹੁਣ ਕੀ ਭਾਣਾ ਵਰਤਾਇਆ, ਮਸੰਦ ਵੀ ਸਾਰੀ ਸੇਵਾ ਤੋਂ ਪਰੇ ਹਟਾ ਛੱਡੇ ਹਨ। ਲੱਖੋਂ ਧਨ ਲਿਆਵਤ ਸਮੁਦਾਏ। ਜਿਹੜੇ ਮਸੰਦ ਲੱਖਾਂ ਧਨ ਲੈ ਕੇ ਆਉਂਦੇ ਸੰਗਤਾਂ ਤੋਂ, ਦੂਰ ਦੂਰ ਤੱਕ ਜਾਂਦੇ, ਸੰਗਤਾਂ ਤੋਂ ਕਾਰ ਭੇਟਾ ਲੈ ਕੇ ਗੁਰੂ ਘਰ ਲੈ ਕੇ ਆਉਂਦੇ ਸਨ। ਦੇਸ਼ ਵਿਦੇਸ਼ਨ ਮੈਂ ਵਿਚਰੰਤੇ। ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰ ਕੇ ਖੋਜ ਖੋਜ ਸਿੱਖਨ ਘਰਵੰਤੇ। ਸਿੱਖਾਂ ਦੇ ਘਰ ਲੱਭ ਕੇ ਉਹਨਾਂ ਦੇ ਘਰ ਜਾਂਦੇ ਤੇ ਉਥੋਂ ਕਾਰ ਭੇਟਾ ਲੈ ਕੇ ਆਉਂਦੇ ਸਨ। ਸਭ ਤੇ ਕਹਿ ਕਰਦੇ ਉਪਦੇਸ਼ਾ। ਪਰ ਸਭਨਾਂ ਨੂੰ ਸੰਗਤ ਨੂੰ ਉਪਦੇਸ਼ ਦੇ ਕੇ ਮਸੰਦ ਕਿ ਸਾਧ ਸੰਗਤ ਜੀ ਗੁਰੂ ਘਰ ਦੀ ਸੇਵਾ ਕੱਢੋ ਭਾਈ, ਗੁਰੂ ਘਰ ਲਈ ਇਹ ਸੇਵਾ ਭੇਜੋ। ਇਸ ਤਰ੍ਹਾਂ ਸਭ ਨੂੰ ਨਾਮ ਦੀ ਸਿੱਖਿਆ ਦੇ ਕੇ, ਭਗਤੀ ਵਾਲੀ ਸਿੱਖਿਆ ਦੇ ਕੇ ਭੇਟਾ ਲੈ ਕੇ ਆਉਂਦੇ ਸਨ। ਅਬ ਹਟ ਗਏ ਕਹਾਂ ਤਨ ਐ। ਤੇ ਹੁਣ ਮਸੰਦ ਇਹ ਸੇਵਾ ਤੋਂ ਹਟਾ ਦਿੱਤੇ ਮਹਾਰਾਜ ਜੀ ਨੇ। ਤੇ ਦੱਸੋ ਗੁਰੂ ਘਰ ਦਾ ਗੁਜਰਾਨ ਕਿਵੇਂ ਚੱਲੇਗਾ? ਕਿਮ ਗੁਰ ਘਰ ਕੋ ਕਾਜ ਨਿਭੈ। ਇਹ ਜਿਹੜੇ ਗੁਰੂ ਘਰ ਦੇ ਕਾਰਜ ਮਾਇਆ ਤੋਂ ਬਿਨਾਂ ਤੇ ਚੱਲਣੇ ਔਖੇ ਹਨ, ਤੇ ਕਿਵੇਂ ਚੱਲਣਗੇ? ਕਿਮ ਉਰ ਜਾਨ ਨਿਕਟੋਏ ਕਹਿਓ। ਕੌਣ ਜਾਵੇਗਾ ਮਹਾਰਾਜ ਦੇ ਕੋਲ ਕਿ ਪਾਤਸ਼ਾਹ ਜੀ ਇਹ ਨਹੀਂ ਇਸ ਤਰ੍ਹਾਂ ਕਰੋ। ਇਸ ਤੇ ਸ਼ਰਾਪ ਦੁਖ ਦਈ ਲਇਓ। ਜੇ ਕੋਈ ਮਹਾਰਾਜ ਕੋਲ ਜਾ ਕੇ ਕਹਿੰਦਾ ਹੈ, ਉਹਨੂੰ ਉਲਟਾ ਕਰੜਾ ਵਚਨ ਹੁੰਦਾ ਹੈ। ਪਾਤਸ਼ਾਹ ਜੀ ਇਹ ਧਨ ਦੇ ਮੋਹ ਤੋਂ ਰਹਿਤ ਹਨ। ਕੁਸ਼ਲ ਕਰੇ ਪਰਮੇਸ਼ਰ ਸਾਰੇ। ਵਾਹਿਗੁਰੂ ਆਪ ਸਭਨਾ ਦਾ ਭਲਾ ਕਰੇ। ਕਹਿ ਮੈਂ ਰਹੀ ਨਾ ਬੌਰ ਨਿਵਾਰੇ। ਤੇ ਮੈਂ ਤਾਂ ਕਈ ਵਾਰੀ ਆਖਿਆ ਗੋਬਿੰਦ ਸਿੰਘ ਜੀ ਨੂੰ, ਪਰ ਇਹਨਾਂ ਨੇ ਮੇਰਾ ਬਚਨ ਕਦੀ ਨਹੀਂ ਮੰਨਿਆ। ਮਿਲ ਮਸੰਦ ਮਾਤਾ ਕੇ ਸੰਗ। ਤੇ ਇਸ ਤਰ੍ਹਾਂ ਮਸੰਦ ਮਾਤਾ ਜੀ ਨਾਲ ਮਿਲ ਕੇ ਐ ਸੁਨ ਜਾਣਿਓ ਬਨਿਓ ਕੋ ਢੰਗ। ਸਭ ਨੇ ਬਚਨ ਕਹੇ ਤੇ ਸੁਣੇ ਜਾਣੇ। ਕਿ ਜਿਹੜਾ ਬਚਨ ਮਾਤਾ ਜੀ ਨੇ ਕੀਤਾ,
ਭਾਵੇਂ ਕੀਤਾ ਮਸੰਦਾਂ ਦੇ ਕਹੇ ਅਨੁਸਾਰ, ਪਰ ਮਾਤਾ ਜੀ ਵੀ ਖਾਲਸਾ ਜੀ ਅੰਦਰ ਸਹਿਜ ਸੁਭਾਅ ਵਾਲੇ ਹਨ। ਪਤਾ ਹੈ ਉਹਨਾਂ ਨੂੰ ਕਿ ਉਹ ਵੀ ਆਪਣੇ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਦੇ ਹਜ਼ੂਰ ਕਦੀ ਉਲਟਾ ਬਚਨ ਨਹੀਂ ਆਂਦੇ। ਉਹ ਵੀ ਤਾਂ ਬਚਨ ਉਹੀ ਕਰਦੇ ਜੋ ਰੱਬ ਦੇ ਹੁਕਮ ਅਨੁਸਾਰ ਹੋਣ, ਤੇ ਮਾਤਾ ਜੀ ਨੇ ਵੀ ਇਹ ਬਚਨ ਸਤ ਕਰਕੇ ਮੰਨੇ ਹਨ। ਬਾਤ ਬਿਬਸ ਤੇ ਤੂਸ਼ਨ ਪਏ, ਸਾਰੇ ਫਿਰ ਵਿਵਸ ਹੋ ਗਏ, ਵਿਵਸ ਹੋ ਕੇ ਚੁੱਪਚਾਪ ਹੋ ਗਏ। ਸੰਧਿਆ ਪਈ ਤਰਨ ਅਸਤਏ, ਤੇ ਸ਼ਾਮ ਦਾ ਸਮਾਂ ਆ ਗਿਆ, ਸੂਰਜ ਅਸਤ ਹੋ ਗਿਆ। ਇਸ ਤਰ੍ਹਾਂ ਖਾਲਸਾ ਜੀ, ਮਾਤਾ ਗੋਜਰੀ ਜੀ ਅਤੇ ਮਸੰਦਾਂ ਦੇ ਵਿਚਕਾਰ ਇਹ ਬਚਨ ਹੋਏ, ਜਿਹੜੇ ਬਚਨ ਰੱਬ ਦੇ ਹੁਕਮ ਅਨੁਸਾਰ ਹੋਣੇ ਸਨ। ਖਾਲਸਾ ਜੀ ਇਹ ਕਿਸੇ ਦੇ ਵਸ ਨਹੀਂ। ਔਖੀਆਂ ਘਾਟੀਆਂ ਆਉਣੀਆਂ ਸੀ ਖਾਲਸੇ ਲਈ, ਤੇ ਖਾਲਸਾ ਔਖੀਆਂ ਘਾਟੀਆਂ ਚੋਂ ਲੰਘ ਕੇ ਖਾਲਸਾ ਜੀਓ ਸ਼ੁੱਧ ਬਣਦਾ ਹੈ। ਜੇ ਸੋਨਾ, ਉਹਨੂੰ ਜਿਤਨਾ ਖਾਲਸਾ ਜੀਓ ਅੱਗ ਵਿੱਚ ਤਪਾਓ ਉਤਨਾ ਸ਼ੁੱਧ ਹੁੰਦਾ ਹੈ। ਤੇ ਖਾਲਸਾ ਤੇ ਪਿਓਰ ਹੈ ਖਾਲਸਾ ਜੀਓ। ਜਿਤਨਾ ਔਖੀਆਂ ਘਾਟੀਆਂ ਤੋਂ ਲੰਘਿਆ ਹੈ, ਸ਼ਹੀਦੀਆਂ ਹੋਈਆਂ ਸਾਹਿਬਜ਼ਾਦਿਆਂ ਦੀਆਂ, ਸਿੰਘਾਂ ਦੀਆਂ, ਉਤਨਾ ਖਾਲਸਾ ਕਰੜਾ ਹੋਇਆ ਖਾਲਸਾ ਜੀ। ਮਾਛੀਵਾੜ ਦੇ ਜੰਗਲਾਂ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਅੱਜ ਉਤਨੇ ਹੀ ਦਿੱਲੀ ਦੇ ਵਿੱਚ ਗੁਰੂ ਕੇ ਪਿਆਰੇ ਭਾਵੇਂ ਸੜਕਾਂ ਤੇ ਆਰਾਮ ਕਰਦੇ, ਉਹ ਗੁਰੂ ਪਾਤਸ਼ਾਹ ਦੀ ਯਾਦ ਵਿੱਚ ਹਨ ਖਾਲਸਾ ਜੀ। ਉਹਨਾਂ ਦੇ ਮਨ ਵਿੱਚ ਇਹੀ ਹੈ ਵੀ ਸਾਡੇ ਪਿਆਰੇ ਗੁਰੂ ਪਾਤਸ਼ਾਹ ਜੀ ਨੇ ਜ਼ਬਰ ਜ਼ੁਲਮ ਖਿਲਾਫ ਮਹਾਰਾਜ ਜੀ ਨੇ ਖੰਡਾ ਚੁੱਕਿਆ। ਤੇ ਗੁਰੂ ਕੇ ਪਿਆਰੇ ਵੀ ਖਾਲਸਾ ਜਿਹੜੇ ਔਰੰਗਜ਼ੇਬ ਨਵੇਂ ਜੰਮ ਪਏ ਨਾ, ਉਹਨਾਂ ਲਈ ਗੁਰੂ ਕੇ ਪਿਆਰੇ ਆਵਾਜ਼ ਬੁਲੰਦ ਕਰ ਰਹੇ ਹਨ ਤੇ ਸਾਰੇ ਇੱਕਮਿਕ ਹੋ ਕੇ ਰਹੀਏ। ਘਾਟੀਆਂ ਔਖੀਆਂ ਹਨ, ਮੁਸੀਬਤਾਂ ਬੜੀਆਂ ਆ ਰਹੀਆਂ ਹਨ, ਪਰ ਕੁਛ ਨਹੀਂ ਹੋਣਾ। ਹੋਣਾ ਕੀ ਹੈ? ਰਾਜ ਕਰੇਗਾ ਖਾਲਸਾ, ਆਕੀ ਰਹਿਣਾ ਕੋਏ। ਖਾਲਸੇ ਦਾ ਖਾਲਸਾ ਰਾਜ ਹੋਣਾ ਹੀ ਹੋਣਾ, ਤੇ ਖਾਲਸਾ ਰਾਜ ਕਰ ਵੀ ਰਿਹਾ ਹੈ। ਖਾਲਸੇ ਦੇ ਜਕਾਰੇ ਗੂੰਜਦੇ ਰਹਿੰਦੇ ਹਨ, ਤੇ ਵੈਰੀ ਭੂਮ ਡਾਰੇ ਰਹੇ। ਵੈਰੀ ਭੂਮ ਤਾਂ ਆਪੇ ਖਾਲਸਾ ਹੀ ਦੌੜਦੇ ਰਹਿੰਦੇ, ਧਰਤੀ ਤੇ ਇੱਧਰ ਕੁੱਧਰ ਹੁੰਦੇ ਰਹਿੰਦੇ, ਪਰ ਖਾਲਸਾ ਹਮੇਸ਼ਾ ਗੱਜਦਾ ਹੈ ਤੇ ਗੱਜਦਾ ਰਵੇਗਾ। ਐਸਾ ਖਾਲਸਾ ਪੰਥ ਤਿਆਰ ਬਰ ਤਿਆਰ ਹੈ ਖਾਲਸਾ ਜੀਓ। ਪਾਤਸ਼ਾਹ ਆਪ ਆਪਣੇ ਖਾਲਸੇ ਨੂੰ ਹੋਰ ਉਦਮ ਦੇਣ ਕਿ ਖਾਲਸਾ ਇਸ ਤਰ੍ਹਾਂ ਹੋਰ ਚੜ੍ਹਦੀ ਕਲਾ ਵਿੱਚ ਰਵੇ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਲਗੀਧਰ ਪਿਤਾ ਕਿਵੇਂ ਹੁਣ ਮਹਾਰਾਜ ਯੁੱਧ ਕਰਨਗੇ, ਇਹ ਯੁੱਧਮਈ ਕਥਾ ਆਪ ਜੀ ਸ਼ਰਵਣ ਕਰਨਾ ਜੀ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ